ਗੁਰਦਿਆਲ ਸਿੰਘ ਦਾ ਨੋਵਲ ਹੈ ਕੁਵੇਲਾ। ਪਹਿਲਾ ਅੰਕ। ਪਹਿਲਾ ਪੈਰ। ਗਲੀ ਦਾ ਦ੍ਰਿਸ਼ ਅੱਜ ਵੀ ਉਸੇ ਤਰ੍ਹਾਂ ਸੀ। ਸੌਂਦਾ ਮੱਲ ਆਪਣਾ ਹੁੱਕਾ ਭਰ ਕੇ ਮੋਢੇ ਇਕੱਠੇ ਕਰੀ ਵਾਣ ਦੀ ਅਲਾਣੀ ਮੰਜੀ ਤੇ ਬੈਠਾ ਹੋਇਆ ਖੂੰ ਖੂੰ ਕਰੀ ਜਾਂਦਾ ਸੀ। ਉਹਦੇ ਕੋਲ ਪਾਂ ਖਾਧਾ ਇੱਕ ਕੁੱਤਾ ਚੌਂ ਚੌਂ ਕਰਦਿਆਂ ਆਪਣੇ ਜੱਤੋਂ ਸੱਖਣੇ ਪਿੰਡੇ ਨੂੰ ਪਹੁੰਚਿਆਂ ਤੇ ਮੂੰਹ ਨਾਲ ਉਚੇੜੀ ਜਾਂਦਾ ਸੀ। ਸੌਂਦਾ ਮੱਲ ਉੱਤੇ ਲਿਆ ਪੁਰਾਣਾ ਖੇਸ ਕਈ ਥਾਵਾਂ ਤੋਂ ਮਿੱਟੀ ਨਾਲ ਲਿਬੜਿਆ ਹੋਇਆ ਸੀ ਤੇ ਉਹਦੀ ਟੱਠੀ ਪੱਗ ਦਾ ਲੜ ਗਲ ਵਿੱਚ ਲਮਕ ਰਿਹਾ ਸੀ। ਬੀਬੀ ਜੀ, ਬਸ ਸਿਰ ਨਵਾ ਕੇ ਉਹਨੇ ਸਦਾ ਵਾਂਗ ਇਹੋ ਦੋ ਸ਼ਬਦ ਬੋਲੇ ਤੇ ਫਿਰ ਜਿਉਂ ਖੰਘ ਛਿੜੀ ਕੇ ਰੁਕੀ ਨਹੀਂ। ਹੀਰਾ ਦੇਵੀ ਨੇ ਨਿਮਰਤਾ ਨਾਲ ਦੋਵੇਂ ਹੱਥ ਜੋੜ ਕੇ ਸਿਰ ਝੁਕਾਇਆ ਤੇ ਖੜਾਵਾਂ ਦੀ ਉਸੇ ਇੱਕ ਸੁਰ ਤਾਲ ਨਾਲ ਗਾਂਹ ਲੰਘ ਗਈ। ਦੋ ਕਦਮ ਅਗਾਂਹ ਕਰੀਰ ਦੀਆਂ ਢਿੰਗਰੀਆਂ ਗਿੱਲੀਆਂ ਛਿਟੀਆਂ ਤੇ ਸ਼ਰੀਂ ਟਾਹਲੀ ਦੇ ਝੜੇ ਹੋਏ ਪੱਤਿਆਂ ਨਾਲ ਗਲੀ 'ਚ ਹੀ ਬਣਾਏ ਚੁੱਲ੍ਹੇ 'ਚ ਅੱਗ ਮਚਾਉਂਦੀ ਬਸੰਤੀ ਲਲਾਰਨ ਦਿਸੀ। ਭਾਰਾ ਮਧਰਾ ਸਰੀਰ, ਗੋਲ ਮਟੋਲ ਚਿਹਰਾ, ਖਿਲਰੇ ਹੋਏ ਕਰੜ ਬਰੜੇ ਵਾਲ ਤੇ ਗਲ 'ਚ ਸਕੂਲ ਦੀਆਂ ਕੁੜੀਆਂ ਵਾਂਗ ਲਮਕਾਈ ਹੋਈ ਘਟੀਆ ਕਰੰਟ ਵੈਲ ਦੀ ਮੈਲੀ ਚੁੰਨੀ ਬੜੀ ਓਪਰੀ ਓਪਰੀ ਲੱਗਦੀ ਸੀ। ਰਾਮ ਰਾਮ ਬੀਬੀ ਜੀ, ਉਹਨੇ ਵੀ ਆਪਣੀਆਂ ਅੰਦਰ ਧਸੀਆਂ ਅੱਖਾਂ ਹੋਰ ਸੁੰਗੇੜ ਕੇ ਪਾਟੀ ਆਵਾਜ਼ ਨਾਲ ਕਿਹਾ ਤੇ ਉੱਠ ਕੇ ਖੜੀ ਹੋ ਗਈ। ਹੀਰਾ ਦੇਵੀ ਦੀਆਂ ਖੜਾਵਾਂ ਦੀ ਤਾਲ ਜਿਵੇਂ ਥਿੜਕ ਗਈ। ਉਹਨੇ ਰੋਜ਼ ਨਾਲੋਂ ਕੁਝ ਧੀਮੀ ਆਵਾਜ਼ 'ਚ ਰਾਮ ਰਾਮ ਦਾ ਜਵਾਬ ਦਿੱਤਾ ਤੇ ਬਸੰਤੀ ਵੱਲ ਮੂੰਹ ਪੁਆ ਕੇ ਹੱਥ ਜੋੜਦਿਆਂ ਮੱਥੇ ਨੂੰ ਲਾਏ ਤੇ ਸਿਰ ਝੁਕਾਇਆ। ਇਹ ਤੇ ਬੜਾ ਅਨਰਥ ਕੀਤਾ ਭਗਵਾਨ ਨੇ। ਬੀਬੀ ਜੀ, ਬਸੰਤੀ ਨੇ ਰੁਆਣੀ ਆਵਾਜ਼ ਬਣਾ ਕੇ ਕਿਹਾ ਤੇ ਚੁੰਨੀ ਦੇ ਪੱਲੇ ਨਾਲ ਅੱਖਾਂ ਪੂੰਝਣ ਲੱਗ ਪਈ। ਹੀਰਾ ਦੇਵੀ ਸਦਾ ਵਾਂਗ ਸ਼ਾਂਤ ਸੁਭਾਅ ਉਸ ਵੱਲ ਧਿਆਨ ਕੀਤੇ ਬਿਨਾਂ ਮੂੰਹ 'ਚ ਭਜਨ ਗੁਣਗੁਣਾਉਂਦੀ ਤੁਰੀ ਗਈ। ਪਰ ਪਤਾ ਨਹੀਂ ਕਿਉਂ ਹਜ਼ਾਰਾਂ ਵਾਰ ਦੇਖੇ ਇਸ ਗਲੀ ਦੇ ਘਰ ਲੋਕ ਅੱਜ ਇਉਂ ਲੱਗਦੇ ਸੀ ਜਿਵੇਂ ਉਹ ਕਈ ਮਹੀਨਿਆਂ ਪਿੱਛੋਂ ਗਲੀ 'ਚੋਂ ਲੰਘੀ ਹੋਵੇ। ਅਗਲੇ ਚੌਂਤਰਿਆਂ ਉੱਤੇ ਮਹੇਸ਼ਰੀਆਂ ਦੇ ਕਾਲ ਕਲੋਟੇ ਤੇ ਇਲਤੀ ਨਿਆਣੇ ਇਸ ਵੇਲੇ ਦੀ ਠੰਡ 'ਚ ਬਾਹਰ ਨਿਕਲ ਆਏ ਸਨ ਤੇ ਹਮੇਸ਼ਾ ਵਾਂਗ ਆਪੋ 'ਚ ਜੁੰਡੋ ਜੁੰਡੀ ਹੁੰਦੇ ਚੀਕ ਚਿਹਾੜਾ ਪਾ ਰਹੇ ਸਨ। ਲੰਗੜਾ ਮੋਡੂ ਸਾਰਿਆਂ ਨੂੰ ਅੱਗੇ ਲਾਈ ਫਿਰਦਾ ਸੀ। ਉਹਨੂੰ ਸਾਰੇ ਚੁੰਡੀਆਂ ਵੜਦੇ ਲੰਗੜਦੀਨ ਕਹਿ ਕੇ ਇੱਧਰ ਉੱਧਰ ਭੱਜ ਰਹੇ ਸਨ, ਪਰ ਜਿਹੜਾ ਉਹਦੇ ਮੁੱਕੇ ਦੀ ਮਾਰ ਹੇਠ ਆ ਜਾਂਦਾ ਉਹ ਭੌਂਟਣੀ ਖਾ ਕੇ ਕੰਧ ਨਾਲ ਜਾ ਵੱਜਦਾ। ਇਸ ਰਾਕਸ਼ ਯੁੱਧ ਵਰਗੇ ਦ੍ਰਿਸ਼ ਵੱਲ ਉਹ ਪਤਾ ਨਹੀਂ ਕਿਉਂ ਅੱਜ ਇੰਨੇ ਗੌਰ ਨਾਲ ਵੇਖ ਰਹੀ ਸੀ। ਮੋਡੂ ਦੇ ਕੌਤਕ ਹੀ ਬੜੇ ਅਜੀਬ ਸਨ। ਜੈ ਜੈ ਰਾਮ ਰਤਾ ਸ਼ਰਾਰਤੀ ਆਵਾਜ਼ ਨਾਲ ਦੋਏ ਹੱਥਾਂ ਦੀ ਕੰਘੀ ਜੀ ਪਾ ਕੇ ਸਿਰ ਤੇ ਧਰਦਿਆਂ ਮੋਡੂ ਨੇ ਉਸ ਵੱਲ ਵੇਖ ਕੇ ਕਿਹਾ ਤੇ ਉਹਦੇ ਨਾਲ ਹੀ ਬਾਕੀ ਸਭ ਨਿਆਣਿਆਂ ਨੇ ਰੌਲਾ ਪਾਇਆ, ਜੈ ਜੈ ਰਾਮ। ਹੀਰਾ ਦੇਵੀ ਨੇ ਹਵਾ 'ਚ ਹੱਥ ਹਿਲਾਉਂਦਿਆਂ ਉਹਨਾਂ ਸਾਰਿਆਂ ਨੂੰ ਜਿਵੇਂ ਆਸ਼ੀਰਵਾਦ ਦਿੱਤੇ ਤੇ ਫਿਰ ਆਪਣੀ ਖੇਡ 'ਚ ਰੁੱਝ ਗਏ। ਹੀਰਾ ਦੇਵੀ ਨੇ ਆਪਣੇ ਨਿੱਤ ਦੇ ਸੁਭਾਅ ਦੇ ਉਲਟ ਕਈ ਘਰਾਂ ਦੇ ਬੂਹਿਆਂ ਅੰਦਰ ਝਾਤ ਪਾਈ ਤਾਂ ਜਾਪਿਆ ਜਿਵੇਂ ਭਗਵਾਨ ਦੇ ਮੂੰਹ ਅੰਦਰ ਤ੍ਰੈਲੋਕੀ ਦਾ ਦ੍ਰਿਸ਼ ਵੇਖ ਰਹੀ ਹੋਵੇ। ਕੀ ਨਿੱਕੜ ਸੁੱਕੜ ਤੇ ਅਲੋਕਾਰ ਚੀਜ਼ਾਂ ਲੋਕਾਂ ਦੇ ਘਰੀਂ ਖਿਲ ਰਹੀਆਂ ਸਨ। ਕਿਵੇਂ ਨਿਆਣੇ ਤੇ ਵੱਡੇ ਅੱਧ ਨੰਗੇ ਹੋ ਅੱਧ ਕੱਜੇ ਇੱਧਰ ਉੱਧਰ ਫਿਰਦੇ ਆਪੋ 'ਚ ਖਹਿਬੜਦੇ ਅਪ ਸ਼ਬਦ ਬੋਲਦੇ ਫਿਰਦੇ ਸਨ ਕਿ ਸੱਚ ਨਹੀਂ ਸੀ ਆਉਂਦਾ। ਸੰਤੋ ਡਕੌਂਤਣੀ ਆਪਣੇ ਗਜਾਨੰਦ ਨੂੰ ਸਵੇਰੇ ਸਵੇਰੇ ਦੰਦ ਪੀਂਦਿਆਂ ਭਾਂਤ ਦੀਆਂ ਗਾਲਾਂ ਕੱਢਦੀ ਡੰਡਾ ਫੜ ਕੇ ਵਿਹੜੇ 'ਚ ਭਜਾਈ ਫਿਰਦੀ ਸੀ। ਉਸ ਮੁੜ ਅੱਖਾਂ ਧਰਤੀ ਮਾਂ ਵੱਲ ਪਰਤਾ ਲਈਆਂ। ਉਖੜੀ ਹੋਈ ਸੜਕ ਵਿੱਚ ਥਾਂ ਟੋਏ ਪਏ ਦਿਸੇ। ਉਗੜ ਦੁਗੜੀਆਂ ਕਸੀਆਂ ਟੁੱਟੀਆਂ ਇੱਟਾਂ ਚੌਧਰੀਆਂ ਦੀ ਬੁੱਢੀ ਦੇ ਚੁਰੜਾਏ ਤੇ ਹੜਬਾਂ ਵਾਲੇ ਚਿਹਰੇ ਵਰਗੀਆਂ ਦਿਸੀਆਂ। ਬੋਝ ਕਦਮ ਧਰੇ, ਫਿਰ ਵੀ ਕਈ ਥਾਈਂ ਠੇਡਾ ਵੱਜ ਕੇ ਖੜਾਵਾਂ ਦੀ ਇੱਕ ਸੁਰ ਤਾਲ ਥਿੜਕ ਗਈ। ਉਹ ਸਿਰ ਨਵਾਇਆ ਹੋਇਆ ਸੀ, ਪਰ ਗੱਲ ਏਡੀ ਲੰਮੀ ਹੋ ਗਈ ਸੀ ਕਿ ਮੁੱਕਣ 'ਚ ਹੀ ਨਹੀਂ ਸੀ ਆਉਂਦੀ। ਇਹ ਬੜਾ ਹੀ ਅਜੀਬ ਲੱਗਦਾ ਸੀ ਕਿ ਅੱਜ ਇਹ ਰਸਤਾ ਇੰਨਾ ਬਿਖੜਾ ਹੋ ਗਿਆ ਸੀ। ਦੇਵੀ ਮਾਂ ਨੇ ਮੀਰਾ ਦਾ ਭਜਨ ਹੋਰ ਉੱਚੀ ਗੁਣਗੁਣਾਉਣਾ ਸ਼ੁਰੂ ਕਰ ਦਿੱਤਾ। ਮੇਰੇ ਤੋਂ ਗਿਰਧਰ ਗੋਪਾਲ ਦੂਸਰੋ ਨਾ ਕੋਈ। ਭਗਵਾਨ ਦਾ ਸ਼ੁਕਰ ਸੀ ਕਿ ਗਲੀ ਦਾ ਮੋੜ ਆ ਗਿਆ ਸੀ, ਪਰ ਅਗਲੀ ਗਲੀ 'ਚ ਕਦਮ ਰੱਖਦਿਆਂ ਹੀ ਜਿੱਥੇ ਮਨ ਨੂੰ ਮੰਦਰ ਦੇ ਨੇੜੇ ਆ ਜਾਣ ਦੀ ਤਸੱਲੀ ਹੋ ਰਹੀ ਸੀ, ਉੱਥੇ 10 ਕੁ ਘਰਾਂ ਦੀ ਹਰੀਜਨ ਬਸਤੀ ਤੋਂ ਪਾਰ ਜਾਣਾ ਭਵ ਸਾਗਰ ਪਾਰ ਕਰਨ ਜਿੰਨਾ ਕਠਿਨ ਹੋ ਗਿਆ ਸੀ। ਚੌਂਤਰਿਆਂ ਉੱਤੇ ਬਣੀਆਂ ਪਿੱਲੀਆਂ ਇੱਟਾਂ ਦੀਆਂ ਨਿੱਕੀਆਂ ਝੁੱਗੀਆਂ ਜਿਹੀਆਂ ਵਿਚਲੇ ਘਿਨਾਉਣੇ ਦ੍ਰਿਸ਼ ਉੱਧਰ ਬਿਨਾਂ ਤੱਕਿਆਂ ਵੀ ਅੱਖਾਂ ਸਾਹਮਣੇ ਆਈ ਜਾਂਦੇ ਸੀ। ਗਲੀ ਦੀਆਂ ਇੱਟਾਂ ਵਧੇਰੇ ਘਸੀਆਂ, ਵਧੇਰੇ ਟੁੱਟੀਆਂ ਹੋਈਆਂ ਭੈੜੀਆਂ ਲੱਗਦੀਆਂ ਸਨ। ਉੱਤੋਂ ਗੋਹੇ ਮਿੱਟੀ ਨਾਲ ਲਿਪੀਆਂ ਇੱਟਾਂ ਕੋੜੀ ਦੇ ਸਰੀਰ ਤੇ ਨਿਕਲੇ ਘਮੌੜਿਆਂ ਵਾਂਗ ਜਾਪਦੀਆਂ ਸੀ। ਛੋਟੇ ਟੱਬਰਾਂ ਵਾਲਿਆਂ ਲਈ ਇਹ ਰਸੋਈਆਂ ਸਨ ਤੇ ਵੱਡਿਆਂ ਲਈ ਸੌਣ ਵਾਲੀਆਂ ਕੋਠੜੀਆਂ।
ਇਹਨਾਂ ਦੇ ਭੀੜੇ ਬੂਹਿਆਂ ਅੱਗੇ ਪਾਟੀਆਂ ਬੋਰੀਆਂ ਜਾਂ ਕਨਸਤਰਾਂ ਦਾ ਟੀਨ ਜੋੜ ਕੇ ਖੋਖਿਆਂ ਦੀਆਂ ਫੱਟੀਆਂ ਦੇ ਨਿੱਕੇ ਨਿੱਕੇ ਖਿੜਕ ਜੇ ਲਾਏ ਹੋਏ ਸਨ। ਏਡੇ ਘਿਨਾਉਣੇ ਵਾਤਾਵਰਨ ਦਾ ਖਿਆਲ ਕਰਕੇ ਵੀ ਜੀ ਕੱਚਾ ਹੋਣ ਲੱਗ ਪੈਂਦਾ ਸੀ ਤੇ ਹੁਣ ਉਹ ਅੱਖੀਂ ਵੇਖ ਰਹੀ ਸੀ। ਆਏ ਲੱਗੂ ਦੇਵੀ ਜੀ, ਨੱਥੂ ਜਮਾਂਦਾਰ ਨੇ ਆਪਣੇ ਘੋਰਨੇ ਚੋਂ ਬਾਹਰ ਆ ਕੇ ਸਤਿਕਾਰ ਨਾਲ ਕਿਹਾ ਤੇ ਫਿਰ ਇਕੱਠਾ ਜਿਹਾ ਹੋ ਕੇ ਪਿਛਾਂਹ ਖੜੋ ਗਿਆ। ਹੀਰਾ ਦੇਵੀ ਨੇ ਵੇਖਿਆ ਉਹਦਾ ਸੁੱਜਿਆ ਸੁੱਜਿਆ ਚਿਹਰਾ ਤੇ ਡੱਡੂ ਵਾਂਗ ਬਾਹਰ ਨੂੰ ਨਿਕਲੀਆਂ ਅੱਖਾਂ ਬਹੁਤ ਡਰਾਉਣੀਆਂ ਲੱਗਦੀਆਂ ਸਨ। ਉਹਨੇ ਰਤਾ ਕੁ ਸਿਰ ਝੁਕਾਇਆ ਤੇ ਫਿਰ ਕਾਲੇ ਕਦਮ ਪੁੱਟਣੇ ਸ਼ੁਰੂ ਕੀਤੇ, ਪਰ ਅਗਾਂਹ ਸੂਰੀ ਦੇ 4-5 ਬੱਚੇ ਕਿਚਰ ਕਿਚਰ ਕਰਦੇ ਪਿੱਛੋਂ ਭੱਜੇ ਆਏ ਤੇ ਖੱਬੇ ਸੱਜਿਓਂ ਦੋਹਾਂ ਪਾਸਿਆਂ ਤੋਂ ਨਿਕਲ ਕੇ ਚੌਂਤਰਿਆਂ ਉੱਤੇ ਜਾ ਚੜੇ। ਉਹ ਇੱਕਦਮ ਤਰਹਿ ਗਈ, ਦਿਲ ਤੇਜ਼ ਧੜਕਣ ਲੱਗ ਪਿਆ। ਵੇਖਿਆ ਤਾਂ ਸੂਰੀ ਦੇ ਬੱਚੇ ਚੌਂਤਰੇ ਉੱਤੇ ਲਿਟੀ ਪਈ ਆ ਬਹੁਤ ਹੀ ਮੋਟੀ ਸੂਰੀ ਨੂੰ ਚੁੰਡਣ ਜਾ ਲੱਗੇ ਸੀ। ਉਹ ਲੇਟੀ ਲੇਟੀ ਬਿਮਾਰ ਤੀਵੀਂ ਵਾਂਗ ਘੁਰ-ਘੁਰ ਕਰੀ ਗਈ, ਉੱਠ ਨਹੀਂ ਸਕੀ। ਅਚਾਨਕ ਹੀ ਹੀਰਾ ਦੇਵੀ ਨੂੰ ਆਪਣੀ ਬੇਦਾਗ ਚਿੱਟੀ ਸਾੜੀ ਦਾ ਖਿਆਲ ਆਇਆ ਤੇ ਉਹਨੇ ਮਲਕੜੇ ਪੈਰਾਂ ਵੱਲ ਖੱਬੇ ਸੱਜੇ ਨਿਗਾਹ ਮਾਰੀ। 1-2 ਗੰਦੇ ਪਾਣੀ ਦੇ ਛਿੱਟੇ ਪਏ ਲੱਗਦੇ ਸਨ। ਹੋਰ ਗੌਰ ਨਾਲ ਤੱਕਿਆ, ਐਵੇਂ ਭਰਮ ਹੀ ਸੀ, ਪਰ ਸਾਹ ਪਤਾ ਨਹੀਂ ਕਿਉਂ ਘੁਟੀਣ ਲੱਗ ਪਿਆ ਸੀ। ਠੰਡੀ ਹਵਾ ਦੇ ਇੱਕ ਬੁੱਲੇ ਨੇ ਉਹਦੀ ਸਾੜੀ ਦਾ ਪੱਲਾ ਸਿਰੋਂ ਉਡਾ ਦਿੱਤਾ ਤੇ ਹਵਾ ਚੋਂ ਆਉਂਦੀ ਇਹਨਾਂ ਲੋਕਾਂ ਦੀ ਤੇ ਨਾਲੀ 'ਚ ਸੜੇ ਪਾਣੀ ਦੀ ਦੁਰਗੰਧ ਨਾਲ ਉਹਦੇ ਸਿਰ ਨੂੰ ਘੇਰ ਚੜ੍ਹਦੀ ਜਾਪੀ। ਫੇਰ ਇਹ 100 ਕੁ ਗਜ਼ ਲੰਮੀ ਗਲੀ ਨਰਕ ਦੇ ਲੰਮੇ ਪੈਂਡੇ ਵਾਂਗ ਪਾਰ ਕੀਤੀ ਤੇ ਜਦੋਂ ਬਾਹਰਲੀ ਚੌੜੀ ਸੜਕ ਉੱਤੇ ਆਈ ਤਾਂ ਚਿੱਤ ਕੁਝ ਟਿਕਾਣੇ ਆਉਂਦਾ ਮਹਿਸੂਸ ਹੋਇਆ। ਹੁਣ ਸਾਹਮਣੇ ਭਗਵਾਨ ਦਾ ਘਰ ਸੀ, ਸ਼ਾਂਤ, ਸੁਗੰਧਤ, ਪਵਿੱਤਰ ਤੇ ਨਿੱਘਾ। ਪਹਿਲੀ ਪੌੜੀ ਤੇ ਪੈਰ ਧਰਦਿਆਂ ਖੜਾਵਾਂ ਦਾ ਖੜਾਕ ਸੁਣ ਕੇ ਅੰਦਰੋਂ ਕੇਸਰੀ ਹੱਥ ਵਿੱਚ ਧੂਫ ਵਾਲੀ ਨਿੱਕੀ ਥਾਲੀ ਫੜੀ ਬੂਹੇ ਤੇ ਆਈ ਤੇ ਮਰਿਆਦਾ ਤੇ ਸਤਿਕਾਰ ਨਾਲ ਨਮਸਕਾਰ ਕਰਦਿਆਂ ਰਤਾ ਕੋ ਭੀੜਿਆ ਇੱਕ ਬੂਹਾ ਚੰਗੀ ਤਰ੍ਹਾਂ ਖੋਲ ਦਿੱਤਾ। ਕੇਸਰੀ ਦੇ ਵੀ 3 ਕੱਪੜੇ ਅੱਜ ਚਿੱਟੇ ਸਨ। ਉਹਦੇ ਰਤਾ ਭਾਰੇ ਭਰਵੇਂ ਅੰਗ ਕਸਵੀਂ ਕੁੜਤੀ ਸਲਵਾਰ ਵਿੱਚ ਉੱਭਰ ਪੈ ਰਹੇ ਸਨ। ਗੋਰੇ ਗੋਬਲੇ ਚਿਹਰੇ ਉੱਤੇ ਮੱਧਮ ਲਿਸ਼ਕ ਸੀ, ਪਰ ਅੱਖਾਂ ਜਿਵੇਂ ਉਣੀਂਦਰੇ ਨਾਲ ਸੂਈਆਂ। ਰਾਤ ਸ਼ਾਇਦ ਬੜੇ ਕੁਵੇਲੇ ਸੁੱਤੀ ਸੀ। ਭਜਨ ਗੁਣਗੁਣਾਉਂਦਿਆਂ ਹੀਰਾ ਦੇਵੀ ਨੇ ਅੰਦਰ ਪ੍ਰਵੇਸ਼ ਕੀਤਾ। ਚਿੱਤ ਨਾਲ ਦੀ ਨਾਲ ਟਿਕਾਣੇ ਆ ਗਿਆ। ਫਿਰ ਤਰੇਲ ਭਿੱਜੇ ਫੁੱਲ ਵਾਂਗ ਅੰਗ ਮਹਿਕ ਉੱਠਿਆ। ਹਸੂੰ ਕਰਦੀਆਂ ਭਗਵਾਨ ਦੀ ਮੂਰਤੀ ਦੀਆਂ ਅੱਖਾਂ ਨੇ ਮਨ ਉੱਤੇ ਗੰਗਾ ਜਲ ਤਰੌਂਕ ਦਿੱਤਾ। ਭਗਵਾਨ ਦਾ ਸ਼ਿਆਮ ਚਿਹਰਾ ਅੱਗੇ ਨਾਲੋਂ ਵਧੇਰੇ ਖਿੜਿਆ ਲੱਗਦਾ ਸੀ। ਰਾਧਾ ਦੀ ਗੋਰੀ ਬਾਂਹ ਉਹਨਾਂ ਦੇ ਕੂਲੇ ਮੋਢੇ ਉੱਤੇ ਧਰੀ ਹੋਈ ਸੀ ਤੇ 5 ਉਂਗਲਾਂ ਚੰਬੇ ਦੀ ਕਲੀ ਦੀਆਂ ਪੱਤੀਆਂ ਵਾਂਗ ਖਿੜੀਆਂ ਭਗਵਾਨ ਦੀ ਹਸਲੀ ਨੂੰ ਛੋਹ ਰਹੀਆਂ ਸਨ। ਅਲੌਕਿਕ ਤੇ ਅਲੋਕਾਰ ਦ੍ਰਿਸ਼ ਸੀ। ਹੀਰਾ ਦੇਵੀ ਨੇ ਡੰਡੌਤ ਵੰਦਨਾ ਕੀਤੀ ਤੇ ਭਗਵਾਨ ਦੀ ਮੂਰਤੀ ਦੇ ਖੱਬੇ ਪਾਸੇ ਸੰਗਮਰਮਰ ਦੀ ਜਾਲੀ ਦੇ ਨਾਲ ਵਿਛਾਏ ਮਖਮਲੀ ਆਸਣ ਉੱਤੇ ਜਾ ਬੈਠੀ। ਹੱਥ ਜੋੜ ਸੀਸ ਨਿਵਾ ਕਈ ਵਾਰ ਝੁੱਕ ਕੇ ਉਹਨੇ ਨਮਸਕਾਰ ਕੀਤੀ ਤੇ ਇੱਕ ਵਾਰ ਮੁੜ ਭਰਵੀਂ ਨਜ਼ਰ ਭਗਵਾਨ ਨੂੰ ਚਰਨਾਂ ਤੋਂ ਮੋਰ ਮੁਕਟ ਤੱਕ ਤੱਕਿਆ। ਗੋਪਾਲ ਦਾ ਅੰਗ ਮਹਿਕ ਰਿਹਾ ਸੀ। ਗਲ 'ਚ ਪਾਏ ਕਾਗਜ਼ੀ ਫੁੱਲਾਂ ਦੇ ਹਾਰ ਵਿੱਚੋਂ ਵੀ ਜਿਵੇਂ ਭਿੰਨੀ ਖੁਸ਼ਬੂ ਆ ਰਹੀ ਸੀ। ਰਾਧਾ ਦੇ ਛਾਂਟਵੇਂ ਸਡੌਲ ਅੰਗ ਭਾਵੇਂ ਬਨਾਰਸੀ ਸਾੜੀ 'ਚ ਲਿਪਟੇ ਸਨ, ਪਰ ਉਹਨਾਂ ਵਿੱਚੋਂ ਹੀਰੇ ਵਾਂਗ ਫੁੱਟਦੀਆਂ ਰਿਸ਼ਮਾਂ ਦੇ ਚਾਨਣ ਨਾਲ ਅੱਖਾਂ ਝੁੰਧਿਆ ਰਹੀਆਂ ਸਨ। ਉਹਨਾਂ ਅੱਖਾਂ ਦੀ ਤਾਬ ਝੱਲੀ ਨਹੀਂ ਸੀ ਜਾਂਦੀ। ਉਸ ਆਪਣੀ ਸੁਨਹਿਰੀ ਫਰੇਮ ਵਾਲੀ ਐਨਕ ਲਾਈ ਤੇ ਅੱਖਾਂ ਮੀਟ ਕੇ ਭਜਨ ਗਾਉਂਦਿਆਂ ਹੀ ਸਾੜੀ ਦੇ ਪੱਲੇ ਨਾਲ ਸਾਫ਼ ਕਰਕੇ ਮੁੜ ਲਾ ਲਈ। ਮੁੜ ਅੱਖਾਂ ਖੋਲੀਆਂ ਤਾਂ ਹਰ ਚੀਜ਼ ਆਪੋ ਆਪਣੀ ਥਾਂ ਦਿਸੀ। ਭਗਵਾਨ ਦੇ ਚਰਨਾਂ 'ਚ ਪਿਆ ਤਾਨਪੁਰਾ ਚੁੱਕਿਆ, ਸੁਰ ਕੀਤਾ, ਤਾਨ ਛੇੜ ਦਿੱਤੀ। ਖੱਬੇ ਹੱਥ ਨਿੱਕੀਆਂ ਨਿੱਕੀਆਂ ਖੜਤਾਲਾਂ ਫੜੀਆਂ ਤੇ ਮੀਰਾ ਦਾ ਸਾਕਾਰ ਰੂਪ ਬਣ ਗਈ। ਸੁਰਤੀ ਭਗਵਾਨ ਦੇ ਚਰਨਾਂ ਨਾਲ ਜੁੜ ਗਈ ਤੇ ਅੱਖਾਂ ਪਰਮ ਆਨੰਦ ਨਾਲ ਨਸ਼ਿਆ ਕੇ ਮੁੰਦੀਆਂ ਗਈਆਂ। ਨਿਤਨੇਮ ਅਨੁਸਾਰ ਪਹਿਲਾਂ ਹੁਕਮ ਚੰਦ ਦੀ ਪਤਨੀ ਸੱਜਰੇ ਫੁੱਲਾਂ ਦੇ ਹਾਰ ਲੈ ਕੇ ਭਗਵਾਨ ਦਾ ਜਾਪ ਕਰਦੇ ਅੰਦਰ ਆਈ। 2 ਹਾਰ ਭਗਵਾਨ ਤੇ ਰਾਧਾ ਦੇ ਗਲ ਪਾਏ, ਤੀਜਾ ਹੀਰਾ ਦੇਵੀ ਦੇ। ਨਮਸਕਾਰ ਕੀਤੀ ਤੇ ਐਨ ਸਾਹਮਣੇ ਆਪਣੀ ਨੀਅਤ ਥਾਂ ਤੇ ਜਾ ਬੈਠੀ। ਝੱਟ ਕੋ ਪਿੱਛੋਂ ਹੀ ਨੇਤਰਾਮ ਦੀ ਬਿਰਧ ਮਾਤਾ ਪਿਆਰੋ ਆਈ। ਉਹ ਵੀ ਉਹਦੇ ਕੋਲ ਆ ਕੇ ਬਹਿ ਗਈ। ਫਿਰ ਹੌਲੀ ਹੌਲੀ ਸਾਰੀ ਸੰਗਤ ਜੁੜਨ ਲੱਗ ਪਈ। ਭਗਵਾਨ ਦੇ ਘਰ ਅੰਦਰ ਤਿਲ ਸੁੱਟਣ ਨੂੰ ਥਾਂ ਨਹੀਂ ਰਿਹਾ। ਚਿੱਟੀਆਂ ਤੇ ਰੰਗ ਬਰੰਗੀਆਂ ਚੁੰਨੀਆਂ ਸਾੜੀਆਂ ਪਾਈ ਉਹਦੇ ਭਜਨਾਂ ਦਾ ਰਸ ਮਾਣਦੀਆਂ ਇਹ ਭਜਨੀਕ ਇਸਤਰੀਆਂ ਵਿੱਚ ਆਦਤ ਅਨੁਸਾਰ ਆਪਣੀ ਕਬੀਲਦਾਰੀ ਦੀਆਂ ਤੇ ਅਜਿਹੀਆਂ ਹੋਰ ਦੁਨਿਆਵੀ ਗੱਲਾਂ ਵੀ ਕਰਨ ਲੱਗ ਪੈਂਦੀਆਂ ਸਨ। ਪਰ ਅੱਜ ਉਹ ਇਹਨਾਂ ਗੱਲਾਂ ਦੇ ਨਾਲ ਹੀ ਇੱਕ ਹੋਰ ਗੱਲ ਵੀ ਕਰਦੀਆਂ ਸੀ, ਹੀਰਾ ਦੇਵੀ ਦੇ ਭਤੀਜੇ ਦੀ ਕਹਿਰ ਦੀ ਮੌਤ ਬਾਰੇ। ਇਹ ਹੈ ਨਾ ਭੈਣੇ ਭਗਤੀ ਤਾਂ। ਉਰਲੇ ਖੁੰਝੇ ਬੈਠੀ ਸੰਤੀ ਦਰਜਨ ਆਪਣੀ ਗੁਆਂਢਣ ਰੱਤੂ ਦੋਧੀ ਦੀ ਤੀਵੀਂ ਤੇ ਗੋਲਾ ਪੰਡਤਾਣੀ ਨੂੰ ਕਹਿ ਰਹੀ ਸੀ, ਕੱਲ ਐਡੀ ਸੱਟ ਵੱਜੀ ਹੈ, ਅੱਜ ਉਵੇਂ ਮਗਨ ਹੋਈ ਬੈਠੀ ਹੈ। ਇਹੋ ਜਿਹੇ ਬੰਦੇ ਹੀ ਸੁਰਗਾਂ 'ਚ ਜਾਂਦੇ ਆ ਨਾ, ਆਪਾਂ ਤਾਂ ਨਰਕੀ ਜੀਵ ਆ।
ਹੁਣ ਮਸਾਂ ਬਿੰਦ ਚਾਹ ਚੂ ਕਰਕੇ ਨਿਆਣਿਆਂ ਨੂੰ ਪਿਆ ਕੇ ਆਈਆਂ। ਕੰਮ ਸਾਰਾ ਅਜੇ ਕਰਨ ਵਾਲਾ ਪਿਆ ਹੈ। ਨਿਆਣਿਆਂ ਨੇ ਸਕੂਲ ਜਾਣਾ ਹੈ, ਉਹਨੇ ਆਪ ਧੰਨੇ ਕੇ ਪਿੰਡ ਕਿਸੇ ਦੇ ਵਿਆਹ ਦਾ ਕੰਮ ਕਰਨ ਜਾਣਾ ਹੈ। ਦੱਸ ਫੇਰ ਕੀ ਕਰੇ ਬੰਦਾ? ਆਪਣੀਆਂ ਕਾਹਦੀਆਂ ਭਗਤੀਆਂ ਜਦੋਂ ਸੁਰਤ ਤਾਂ ਘਰੇ ਪਈ ਹੈ। ਸੱਚ ਹੈ, ਆਪਣੀ ਭਗਤੀ ਕਾਹਦੀ ਹੈ ਭੈਣ? ਪੰਡਤਾਣੀ ਨੇ ਧੀਮੀ ਆਵਾਜ਼ ਨਾਲ ਕਹਿੰਦਿਆਂ ਹੌਕਾ ਭਰਿਆ। ਮੈਂ ਆਪ ਤੇਰੇ ਵਾਂਗੂ ਸਾਰਾ ਕੰਮ ਵਿੱਚੇ ਛੱਡ ਕੇ ਆਈ ਹਾਂ। ਉਹਨੂੰ 3:30 ਵਜੇ ਤੜਕੇ ਕੁੱਕੜ ਦੀ ਬਾਂਗ ਨਾਲ ਚਾਹ ਕਰਕੇ ਦੁੱਧ ਨੂੰ ਤੋਰੀਦਾ, ਫਿਰ ਬਿੰਦ ਝੱਟ ਕੱਤ ਲਈਦਾ, ਛਟਾਂਕ ਅੱਧ ਪਾ ਕਿਸੇ ਦੀ ਦਰੀ ਬੁਣ ਕੇ ਦੇਣੀ ਹੈ। ਮਹੀਨਾ ਹੋ ਗਿਆ ਪੂਰੀ ਨਹੀਂ ਹੁੰਦੀ, ਕਰੀਏ ਕੀ? ਹੋਰ ਹੀ ਕੰਮ ਨਹੀਂ ਮੁੱਕਦੇ। ਇੱਕ ਤਾਂ ਭੈਣੇ ਸਾਡੇ ਨਿਆਣੇ ਇੰਨੇ ਚੰਦਰੇ ਐ, ਬਿੰਦ ਕਿਹੜਾ ਸਾਹ ਲੈਣ ਦਿੰਦੇ ਆ। ਸਾਰਾ ਦਿਨ ਚੀਕ ਚੰਗਿਆੜਾ ਪਾਈ ਰੱਖਣਗੇ। ਉਹਨੇ ਉਹਦੇ ਮਾਰਿਆ, ਉਹਨੇ ਉਹਦੇ ਮਾਰਿਆ। ਦੱਸ ਕੀ ਕਰੀਏ? ਚੰਦਰੀ ਔਲਾਦ ਨਾਲੋਂ ਤਾਂ ਬੰਦਾ ਐਵੇਂ ਚੰਗਾ। ਕਾਹਨੂੰ ਭੈਣੇ, ਘਰ ਘਰ ਇਹੋ ਹਾਲ ਹੈ। ਉਹਨਾਂ ਦੀਆਂ ਗੱਲਾਂ 'ਚ ਸ਼ਾਮਲ ਹੁੰਦਿਆਂ ਰੁਲਦੂ ਦਲਾਲ ਦੀ ਤੀਵੀਂ ਕੋਲੋਂ ਬੋਲ ਪਈ। ਤੁਹਾਡੇ ਤਾਂ ਸੁੱਖ ਨਾਲ 4 5 ਹੈ, ਸਾਡੇ 3 ਹੈ। ਉਹੀ ਸਾਰਾ ਦਿਨ ਜਾਨ ਖਾ ਲੈਂਦੇ ਆ। ਉਹ ਬਸ ਭੈਣੇ ਤੇਰੇ ਵਾਲੀ ਗੱਲ ਵੀ ਚੰਦਰੀ ਔਲਾਦ ਨਾਲੋਂ ਤਾਂ ਬੰਦਾ ਐਵੇਂ ਚੰਗਾ। ਕਿਸੇ ਵੇਲੇ ਸਾਹ ਕਿਹੜਾ ਲੈਣਾ ਮਿਲਦਾ। ਇੱਥੇ ਬਿੰਦ ਆਈਦਾ ਵੀ ਕਿਤੇ ਰਾਮ ਦਾ ਨਾਮ ਕੰਨ 'ਚ ਪਊ, ਪਰ ਸੁਰਤੀ ਤਾਂ ਜੈ ਖਾਣੇ ਦੀ ਘਰੇ ਪਈ ਰਹਿੰਦੀ ਆ। ਇਹ ਭੈਣੇ ਚੰਦਰਾ ਬੰਦਾ ਵੀ ਨਾ ਕਿਸੇ ਦਾ ਹੋਵੇ। ਸਾਰਾ ਸਿਆਲ ਨਿਕਲ ਗਿਆ ਮੈਨੂੰ ਪਿੱਟਦੀ ਨੂੰ ਵੀ ਰੱਬ ਦੇ ਬੰਦਿਆ ਮੈਨੂੰ ਚੱਜ ਦਾ ਬਾਲਣ ਤਾਂ ਲਿਆ ਦੇ। ਨਹੀਂ ਕਹਿੰਦਾ ਪੱਥਰ ਦੇ ਕੋਲੇ ਬਾਲਣੇ ਆ। ਹੁਣ ਪਿੱਛੋਂ ਅੰਗੀਠੀ ਭਰੀ ਹੁੰਦੀ ਹੈ, ਤੜਕੇ ਪਹਿਲੀ ਗੱਡੀ ਜਾਂਦਾ ਹੈ ਨਾ ਪਾਟੀਏ, ਉਹਨੂੰ ਰੋਟੀ ਪਕਾ ਕੇ ਦੇਣੀ ਹੁੰਦੀ ਹੈ। 5 ਵਜੇ ਉੱਠ ਕੇ ਅੰਗੀਠੀ ਪਕਾਉਣੀ ਹੈ। ਬਸ ਇੱਥੇ ਆ ਕੇ ਉਹ ਡਰ ਲੱਗਿਆ ਰਹਿੰਦਾ ਹੈ ਵੀ ਕਿਤੇ ਕੋਈ ਮਗਰੋਂ ਜਵਾਕ ਡਿੱਗ ਕੇ ਜਾ ਜਾਂਦੀ ਨਾ ਹੋ ਜੇ। ਪਰ ਤੇਰੀ ਸੱਸ ਨਹੀਂ ਘਰੇ ਹੁੰਦੀ? ਪੰਡਤਾਣੀ ਨੇ ਪੁੱਛਿਆ। ਕਾਹਦੀ ਹੁੰਦੀ ਹੈ? ਹੌਕਾ ਭਰ ਕੇ ਕੱਲੋ ਨੇ ਜਵਾਬ ਦਿੱਤਾ। ਉਹਨੇ ਤਾਂ ਜਿਹੜਾ ਮੈਨੂੰ ਦੁਖੀ ਕੀਤਾ ਇਹ ਭਗਵਾਨ ਹੀ ਜਾਣਦਾ ਹੈ। ਦੋਏ ਵੇਲੇ 4 ਮੁੰਨੀਆਂ ਦੁੱਗ ਲੈਂਦੀ ਆ, ਦੋਈ ਵੇਲੇ ਚਾਹ ਡੱਫ ਲੈਂਦੀ ਆ ਤੇ ਲੈ ਕੇ ਰਜਾਈ ਪਈ ਰਹਿੰਦੀ ਆ। ਮੈਂ ਵਾਂਗੂ ਰੱਜ ਪੁੱਜ ਕੇ ਹੂੰਗਰ ਮਾਰਨ ਲੱਗ ਜੂ ਜਿਵੇਂ ਜਾਨ ਨਿਕਲਦੀ ਹੁੰਦੀ ਹੈ। ਕੋਈ ਗੱਲਾਂ ਕਰਨ ਵਾਲੀ ਆ ਜੇ ਤਾਂ ਮੈਂ ਕਿਤੇ ਇੱਧਰ ਉੱਧਰ ਹੋ ਜਾ ਤਾਂ ਢੱਠੇ ਵਾਂਗੂ ਬੁੜਕਦੀ ਹੈ। ਮੇਰੇ ਪੇਕਿਆਂ ਤੇ ਓੜਵੇਂ ਕੋੜਵੇਂ ਦੀਆਂ ਸਾਰੀਆਂ ਬਦਖੋਈਆਂ ਕਰ ਮਾਰੂ। ਜੇ ਉੱਠ ਕੇ ਪਾਣੀ ਦਾ ਗਲਾਸ ਆਪ ਪੀਣਾ ਪੈ ਜੇ ਤਾਂ ਆਖੂ ਮੈਥੋਂ ਤਾਂ ਮੰਜੇ ਤੋਂ ਨਹੀਂ ਉੱਠਿਆ ਜਾਂਦਾ। ਲੈ ਦੱਸ ਬੰਦਾ ਕੀ ਜਾਣਦਿਆਂ ਨੂੰ ਖਾਵੇ। ਕਰਨਾ ਕੀ ਹੈ ਭੈਣੇ? ਕੋਈ ਵਾਹ ਹੈ ਫਿਰ, ਸਭ ਭੁਗਤਣੀਆਂ ਪੈਂਦੀਆਂ। ਕਰਮਾਂ ਦੀ ਲਿਖਤਕਾਰ ਜੋ ਹੋਈ ਟਾਲੇ ਕੌਣ? ਹਾਂ ਸੰਤੀ ਦਰਜਨ ਨੇ ਹੁੰਗਾਰਾ ਭਰਿਆ। ਇਹ ਲਿਖਤਕਾਰ ਨਹੀਂ ਮਿਟਦੀ, ਇਹ ਤਾਂ ਭੈਣੇ ਰਾਜੇ ਰਾਣੀਆਂ ਤੋਂ ਨਹੀਂ ਮਿਟੀ। ਲੈ ਹੁਣ ਐਡੀ ਦੇਵਤਾ ਪੁਰਸ਼ ਹੈ, ਹਰ ਵੇਲੇ ਰਾਮ ਦਾ ਨਾਂ ਜਪਣ ਵਾਲੀ, ਇਹ ਲਿਖਤਕਾਰ ਤਾਂ ਇਹਦੀ ਨਹੀਂ ਮਿਟੀ ਹੈ। ਹੁਣ ਕੋਈ ਗੱਲ ਸੀ? ਕੱਲ ਤੜਕੇ ਚੰਗਾ ਭਲਾ ਖੇਡਦਾ ਸੀ, ਕਹਿੰਦੇ ਸਕੂਲ ਵੀ ਗਿਆ, ਦੁਪਹਿਰੇ ਪੂਰਾ ਹੋ ਗਿਆ। ਨਾਲੇ ਘਰ ਦੇ ਡਾਕਦਾਰ ਹੈ, ਦਵਾਈਆਂ ਦਾ ਘਰ ਭਰਿਆ ਪਿਆ। ਦਵਾਈਆਂ ਭੈਣੇ ਕੀ ਕਰਨਗੀਆਂ ਜਦੋਂ ਆ ਲੱਗੀ, ਦਲਾਲ ਦੀ ਤੀਵੀਂ ਬੋਲੀ। ਉਹੀ ਤਾਂ ਗੱਲ ਕਰਦੇ ਆ, ਜੋ ਉਸ ਭਗਵਾਨ ਨੂੰ ਮਨਜ਼ੂਰ ਹੈ ਉਹੀ ਹੋਣਾ। ਬੰਦੇ ਦੇ ਕੀ ਵਸ ਹੈ? ਪਰਲੇ ਪਾਸਿਓਂ ਚੌਧਰਾਣੀ ਕੰਤੀ ਦੇ ਨੇ ਉਹਨਾਂ ਵੱਲ ਘੂਰ ਕੇ ਵੇਖਿਆ ਤੇ ਮੂੰਹ 'ਚ ਬੁੜਬੁੜ ਕਰਨ ਲੱਗ ਪਈ। ਉਹਦੀ ਘੂਰੀ ਜੀ ਵੇਂਦਿਆਂ ਤਿੰਨੇ ਚੁੱਪ ਕਰ ਗਈਆਂ, ਪਰ ਜਦੋਂ ਉਹਦੀ ਆਵਾਜ਼ ਕੱਲੋ ਦੇ ਕੰਨੀ ਪੈ ਗਈ ਤਾਂ ਉਹ ਭੜਕ ਉੱਠੀ। ਵੇਖ ਕੁੜੇ ਭਗਤਣੀ, ਵੱਡੀ ਭਗਤਣੀ, ਬੂਥਾ ਵੇਖ ਇਹਦਾ, ਘਰ ਸਾਂਭਿਆ ਨਹੀਂ ਜਾਂਦਾ, ਇੱਥੇ ਵੱਡੀ ਧਰਮਾਤਮਾ ਬਣੀ ਬੈਠੀ ਆ। ਕੱਲ ਮੰਡੀ ਦਾ ਜੀਓ ਜੀ ਹੀਰਾ ਦੇਵੀ ਕੇ ਘਰੇ ਸੋਗ ਮਨਾਉਣ ਗਿਆ, ਪਰ ਇਹ ਤੋਂ ਆਪਦੀ ਕੰਗੀ ਪੱਟੀ ਨਹੀਂ ਸੂਤ ਆਈ। ਸਾਰਾ ਦਿਨ ਝਾਕਦੀ ਵੇਖ ਕਿਵੇਂ ਆ, ਪੁੱਛਰੀ ਬੈੜ ਵਾਂਗੂ। ਹੀਰਾ ਦੇਵੀ ਆਪਣੇ ਭਜਨਾਂ ਦੀ ਲੈ 'ਚ ਮਸਤ, ਸਦਾ ਵਾਂਗ ਅਡੋਲ, ਸ਼ਾਂਤ ਸੁਰੀਲੀ ਆਵਾਜ਼ 'ਚ ਗਾਉਂਦੀ ਅੰਮ੍ਰਿਤ ਵਰਾ ਰਹੀ ਸੀ। ਕੇਸਰੀ ਤੋਂ ਬਿਨਾਂ ਕਿਸੇ ਨੂੰ ਉਹਦੇ ਰਤਾ ਭਾਰੇ ਸੁਰ ਦਾ ਪਤਾ ਨਹੀਂ ਸੀ ਲੱਗ ਰਿਹਾ। ਇਹ ਵੀ ਸਿਰਫ ਕੇਸਰੀ ਨਹੀਂ ਜਾਚਿਆ ਸੀ ਕਿ ਅੱਜ ਉਸ ਕੋਲ 2 ਰੁਮਾਲ ਸੀ, ਨਾਲੇ ਉਹ ਇੱਕੋ ਹੀ ਭਜਨ 3 ਵਾਰ ਗਾ ਚੁੱਕੀ ਸੀ ਤੇ ਭਜਨ ਗਾਉਂਦਿਆਂ ਖੜਤਾਲਾਂ ਰੱਖ ਕੇ ਉਸ ਕਈ ਵਾਰ ਅੱਖਾਂ ਉੱਤੇ ਰੁਮਾਲ ਫੇਰਿਆ ਸੀ, ਪਰ ਚਿਹਰੇ ਉੱਤੇ ਕੋਈ ਚਿੰਨ੍ਹ ਉਦਾਸੀ ਦਾ ਨਜ਼ਰ ਨਹੀਂ ਸੀ ਆ ਰਿਹਾ। ਚੌੜਾ ਮੱਥਾ ਸਦਾ ਵਾਂਗ ਲਿਸ਼ ਕਰ ਰਿਹਾ ਸੀ। ਗੋਰਾ ਨਿਛੋਹ ਚਿਹਰਾ ਉਵੇਂ ਦਾ ਉਵੇਂ ਨਿਖਰਿਆ ਹੋਇਆ ਸੀ। ਮਲੂਕ ਉਂਗਲਾਂ ਉਵੇਂ ਚੰਨ ਦੀਆਂ ਚਾਂਦੀ ਰੇਸ਼ਮਾਂ ਵਾਂਗ ਤਾਨਪੁਰੇ ਦੀਆਂ ਤਾਰਾਂ ਉੱਤੇ ਲਹਿਰਾ ਰਹੀਆਂ ਸੀ। ਚਿੱਟੀ ਸਾੜੀ ਦਾ ਪੱਲਾ ਉਵੇਂ ਲਿਸ਼ਕਦੇ ਵਾਲਾਂ ਉੱਤੇ ਤਿਲਕ ਜਾਂਦਾ ਸੀ ਤੇ ਹੁਣ ਤੇ ਉਹ ਮੁੜ ਸਦਾ ਵਾਂਗ ਉਹਨੂੰ ਮੱਥੇ ਉੱਤੇ ਖਿੱਚ ਲੈਂਦੀ ਸੀ। ਹੀਰਾ ਦੇਵੀ ਨੇ ਅਗਲਾ ਭਜਨ ਛੋਹਿਆ। ਇਸ 'ਚ ਕੁਛ ਅਜਿਹੇ ਸ਼ਬਦ ਸਨ ਜਿਨ੍ਹਾਂ 'ਚ ਮੀਰਾ ਨੇ ਸ਼੍ਰੀ ਕ੍ਰਿਸ਼ਨ ਨੂੰ ਆਪਣੇ ਪਤੀ ਰੂਪ 'ਚ ਚਿਤਵਿਆ ਤੇ ਉਹਦੇ ਮੇਲ ਤੋਂ ਬਿਨਾਂ ਜੀਵਨ ਵਿਅਰਥ ਜਾਂਦਾ ਦੱਸਿਆ ਸੀ। ਪਰ ਭਜਨ ਦੇ ਅੰਤ 'ਚ ਉਹ ਸ਼ਬਦ ਸਨ, ਮੇਰੇ ਤੋਂ ਗਿਰਧਰ ਗੋਪਾਲ ਦੂਸਰੋ ਨਾ ਕੋਈ।
ਤੇ ਤਾਨਪੁਰੇ ਉਤੇ ਇੰਨੀ ਲੈਅ ਨਾਲ ਉਸ ਗਾਏ ਕਿ ਗੱਲਾਂ ਕਰਨ ਵਾਲੀਆਂ ਨੇ ਵੀ ਰਾਗ ਰਸ ਦਾ ਅਨੁਭਵ ਕੀਤਾ ਤੇ ਪਰਮ ਆਨੰਦ 'ਚ ਮਗਨ ਹੋ ਗਈਆਂ। ਐਨ ਸਮੇਂ ਸਿਰ ਆਰਤੀ ਹੋਈ, ਚਰਨਾਮਤ ਦਿੱਤਾ ਗਿਆ, ਪ੍ਰਸ਼ਾਦ ਲੈ ਕੇ ਸਭ ਘਰੋਂ ਘਰੀ ਤੁਰ ਗਈਆਂ। ਹੁਣ ਉਹ ਕਮਰਾ ਜਿਹੜਾ ਇਕੱਠ ਕਰਕੇ ਸੌੜਾ ਲੱਗਦਾ ਸੀ, ਵੱਡਾ ਤੇ ਸਖਣਾ ਜਾਪਣ ਲੱਗ ਪਿਆ। ਧੂਫ ਦੀ ਸੁਗੰਧ ਭਾਰੀ ਤੇ ਸਾਹ ਘੋਟੂ ਜੀ ਹੋ ਕੇ ਸਾਰੇ ਅੰਦਰ ਖਿਲਰਨ ਲੱਗ ਪਈ। ਸਾਹ ਔਖਾ ਆਉਣ ਲੱਗ ਪਿਆ। ਹੀਰਾ ਦੇਵੀ ਨੇ ਭਗਵਾਨ ਨੂੰ ਸਿਰ ਨਿਵਾ ਕੇ ਨਮਸਕਾਰਿਆ ਤੇ ਬਸੰਤੀ ਗੇਂਦੇ ਦੇ ਫੁੱਲਾਂ ਦਾ ਇੱਕ ਹਾਰ ਉਹਨਾਂ ਦੇ ਚਰਨਾਂ 'ਚੋਂ ਚੁੱਕ ਕੇ ਗਲ 'ਚ ਪਾ ਲਿਆ। ਪਰ ਪਾਉਂਦਿਆਂ ਸਾਰੀ ਜਾਪਿਆ ਜਿਵੇਂ ਉਹਨੇ ਸ਼ਿਵ ਭਗਵਾਨ ਦਾ ਕੋਈ ਮੋਇਆ ਨਾਗ ਗਲ 'ਚ ਪਾ ਲਿਆ ਹੋਵੇ। ਉਸੇ ਵੇਲੇ ਪਹਿਲਾਂ ਵੀ ਤੇ ਉਹ ਵੀ ਦੋਏ ਮੁੜ ਲਾਏ ਤੇ ਭਗਵਾਨ ਦੇ ਚਰਨਾਂ 'ਚ ਮੁੜ ਰੱਖ ਦਿੱਤੇ। ਕੇਸਰੀ ਨੂੰ ਆਵਾਜ਼ ਮਾਰੀ ਪਰ ਉਹ ਸ਼ਾਇਦ ਚਲੀ ਗਈ ਸੀ। ਗੌਰ ਨਾਲ ਚਾਰੇ ਪਾਸੇ ਨਿਗਾਹ ਮਾਰੀ ਤਾਂ ਹੋਰ ਸਭ ਕੁਝ ਠੀਕ ਸੀ, ਪਰ ਰੌਸ਼ਨਦਾਨ ਕਿਸੇ ਖੋਲ ਦਿੱਤਾ ਸੀ। ਉੱਥੋਂ ਧੁੱਪ ਦੀ ਇੱਕ ਧਾਰ ਮੂਰਤੀਆਂ ਉੱਤੇ ਪੈ ਰਹੀ ਸੀ। ਚਾਨਣ ਇੰਨਾ ਤਿੱਖਾ ਸੀ ਕਿ ਅੱਖਾਂ ਝੱਲ ਨਹੀਂ ਸੀ ਰਹੀਆਂ, ਪਰ ਇਸੇ ਚਾਨਣ ਸਦਕਾ ਮੂਰਤੀਆਂ ਆਲੇ ਦੁਆਲੇ ਉੱਤੇ ਦੋ ਸਫੈਦ ਫਾਨੂਸਾਂ ਉੱਤੇ ਜੰਮੀ ਧੂੜ ਵੀ ਦਿਸ ਪਈ ਸੀ। ਹੈਰਾਨ ਜੀ ਹੋ ਕੇ ਹੀਰਾ ਦੇਵੀ ਨੇ ਚਾਰੇ ਪਾਸੇ ਵਧੇਰੇ ਗੌਰ ਨਾਲ ਵੇਖਿਆ। ਸਦਾ ਬੰਦ ਰਹਿਣ ਵਾਲੀਆਂ ਖਿੜਕੀਆਂ, ਅਲਮਾਰੀਆਂ, ਕੰਧਾਂ ਤੇ ਤਸਵੀਰਾਂ ਲਈ ਬਣਾਈਆਂ ਸੀਮਿੰਟ ਦੀਆਂ ਵੱਟਾਂ ਉੱਤੇ ਵੀ ਧੂੜ ਜੰਮੀ ਹੋਈ ਸੀ। ਕੇਸਰੀ, ਰਤਾ ਅਸਾਧਾਰਨ ਆਵਾਜ਼ ਮਾਰੀ, ਹੇਠ ਆਈ। ਪਰ ਕੇਸਰੀ ਨਹੀਂ ਆਈ। ਕਾਲ ਨਾਲ ਅੱਗੇ ਵੱਧਦਿਆਂ ਅਲਮਾਰੀ ਖੋਲੀ, ਉਹਦੇ ਹੇਠਲੇ ਖਾਨੇ 'ਚੋਂ ਸਫੈਦ ਪਰਦਾ ਕੱਢ ਕੇ ਉਸੇ ਨਾਲ ਸਫਾਈ ਕਰਨ ਜਾ ਲੱਗੀ। ਇਹ ਕੀ ਕਰਦੇ ਹੋ ਬੀਬੀ ਜੀ? ਕੇਸਰੀ ਨੇ ਅੰਦਰ ਆਉਂਦਿਆਂ ਹੈਰਾਨੀ ਨਾਲ ਕਿਹਾ। ਮੈਂ ਇੱਥੇ ਭਲਾ ਕਸੀਦਾ ਕੱਢਣਾ? ਬੜੀ ਧੂੜ ਜੰਮੀ ਹੋਈ ਸੀ। ਅੱਡੀਆਂ ਚੁੱਕ ਕੇ ਫਾਨੂਸ ਨੂੰ ਸਾਫ਼ ਕਰਦਿਆਂ ਰਤਾ ਤਲਖੀ ਨਾਲ ਕਿਹਾ, ਕਈ ਦਿਨ ਮੇਰਾ ਮੌਕਾ ਨਹੀਂ ਲੱਗਿਆ, ਅੱਜ ਕਰੂੰਗੀ। ਤੁਸੀਂ ਹੁਣ ਚੱਲ ਕੇ ਚਾਹ ਪੀਓ। ਹੀਰਾ ਦੇਵੀ ਹੈਰਾਨ ਸੀ ਕਿ ਮੌਕਾ ਕਿਉਂ ਨਹੀਂ ਲੱਗਿਆ। ਹੋਰ ਸਾਰਾ ਦਿਨ ਉਹ ਕਰਦੀ ਕੀ ਰਹਿੰਦੀ ਸੀ। ਪਰ ਜਦੋਂ ਕੇਸਰੀ ਨੇ ਉਹਦੇ ਹੱਥੋਂ ਪਰਦਾ ਫੜ ਲਿਆ ਤਾਂ ਉਹ ਚੁੱਪ ਕਰਕੇ ਤੁਰ ਪਈ। ਬੂਹੇ ਕੋਲ ਆ ਕੇ ਬੇਧਿਆਨੀ ਰੋਸ਼ਨਦਾਨ ਦੀ ਰੱਸੀ ਖਿੱਚ ਦਿੱਤੀ ਤੇ ਚੁਬਾਰੇ ਦੀਆਂ ਪੌੜੀਆਂ ਜਾ ਚੜੀ। ਅੰਦਰ ਆਈ ਤਾਂ ਆਸਣ ਵਿਛਿਆ ਹੋਇਆ ਸੀ। ਕੇਸਰੀ ਨੇ ਅੱਜ ਗਧੈਲੇ ਉੱਤੇ ਭਗਵੇ ਰੰਗ ਦੀ ਚਾਦਰ ਕੱਢ ਕੇ ਵਿਛਾਤੀ ਸੀ। ਇਹਦਾ ਰੰਗ ਰਤਾ ਵਧੇਰੇ ਹੀ ਗੂੜਾ ਸੀ, ਅੱਖਾਂ ਨੂੰ ਚੁਭ ਰਿਹਾ ਸੀ। ਗੌਦਮ ਤਕੀਏ ਦਾ ਉਛਾੜ ਵੀ ਉਸੇ ਰੰਗ ਦਾ ਸੀ ਤੇ ਖਿੜਕੀਆਂ ਦੇ ਪਰਦੇ ਵੀ। ਹੀਰਾ ਦੇਵੀ ਦਾ ਚਿੱਤ ਰਤਾ ਕਾਲਾ ਪੈ ਗਿਆ, ਪਰ ਉਹ ਸਾਹਮਣੇ ਲੱਗੀ ਤਸਵੀਰ ਨੂੰ ਸਿਰ ਨਿਵਾਉਂਦਿਆਂ ਆਸਣ ਵੱਲ ਵਧੀ ਤਾਂ ਰਾਧਾ ਦਾ ਕ੍ਰਿਸ਼ਨ ਜੀ ਦੇ ਮੋਢੇ ਉੱਤੇ ਝੁਕਿਆ ਅਲਸਾਇਆ ਜਿਹਾ ਚਿਹਰਾ ਉੱਪਰਾ ਲੱਗਿਆ। ਰਾਧਾ ਦੀਆਂ ਅੱਧ ਮਿੱਟੀਆਂ ਅੱਖਾਂ ਵਿੱਚ ਕੋਈ ਅਵੱਲਾ ਖੁਮਾਰ ਸੀ। ਬਹੁਤ ਚਿਰ ਉਧਰ ਤੱਕ ਨਹੀਂ ਸਕੀ, ਆਸਣ ਉੱਤੇ ਬੈਠ ਗਈ। ਕੇਸਰੀ ਪਿੱਤਲ ਦੀ ਚਮਕੀਲੀ ਟਰੇ 'ਚ ਚਾਹ ਦਾ ਲੋਟਾ ਤੇ ਕਟੋਰੀ ਰੱਖ ਕੇ ਲੈ ਆਈ। ਇੱਕ ਪਾਸੇ ਪਿੱਤਲ ਦੀ ਪਲੇਟ ਵਿੱਚ ਸੱਜਰਾ ਪਰੌਂਠਾ ਬੜੇ ਸਲੀਕੇ ਨਾਲ ਰੱਖਿਆ ਸੀ। ਟਰੇ ਆਸਣ ਦੇ ਕੋਲ ਪਈ ਅਖਰੋਟ ਦੀ ਲੱਕੜ ਦੀ ਕਸ਼ਮੀਰੀ ਤਪਾਈ ਉੱਤੇ ਧਰ ਦਿੱਤੀ। ਬੱਤੀ ਜਗਾ ਦੇ, ਹੀਰਾ ਦੇਵੀ ਨੇ ਕਿਹਾ। ਕੇਸਰੀ ਨੇ ਬੱਤੀ ਜਗਾਈ ਤਾਂ ਚਾਰ ਚੁਫੇਰਿਓਂ ਬੰਦ ਖਿੜਕੀਆਂ ਤੇ ਬੰਦ ਰੌਸ਼ਨਦਾਨਾਂ ਵਾਲੇ ਇਸ ਨਿੱਕੇ ਜਿਹੇ ਚੁਬਾਰੇ 'ਚ ਜਿਵੇਂ ਦਿਨ ਚੜ ਗਿਆ। ਉਸ ਵੱਡੀ ਟਿਊਬ ਜਗਾ ਦਿੱਤੀ। ਇਹ ਕੀ? ਹੀਰਾ ਦੇਵੀ ਨੇ ਕੇਸਰੀ ਨੂੰ ਝਿੜਕ ਦਿੱਤਾ। ਆ ਉਤਲਾ ਇੱਕੋ ਬੱਲਬ ਜਗਾਉਣਾ ਸੀ। ਕੇਸਰੀ ਨੇ ਟਿਊਬ ਬੁਝਾ ਕੇ ਬੱਲਬ ਜਗਾਇਆ। ਅਸਮਾਨੀ ਰੰਗ ਦੀ ਹਲਕੀ ਰੌਸ਼ਨੀ ਨਾਲ ਪਿੱਤਲ ਦੇ ਭਾਂਡਿਆਂ ਦਾ ਰੰਗ ਮਨਮੋਹਣਾ ਜਿਹਾ ਲੱਗਣ ਲੱਗ ਪਿਆ, ਪਰ ਸਭ ਵਿਅਰਥ ਸੀ। ਪਹਿਲੀ ਗਰਾਈ ਮੂੰਹ ਪਾਈ ਤਾਂ ਇਉਂ ਜਾਪਿਆ ਜਿਵੇਂ ਕੋਈ ਕੌੜੀ ਚੀਜ਼ ਮੂੰਹ 'ਚ ਪਾਈ ਹੋਵੇ। ਕਟੋਰੀ 'ਚ ਚਾਹ ਪਾ ਕੇ ਘੁੱਟ ਭਰੀ ਤਾਂ ਉਹ ਵੀ ਖਾਰੇ ਪਾਣੀ ਵਰਗੀ ਲੱਗੀ। ਅਰਦਲ 'ਚ ਖਲੋਤੀ ਕੇਸਰੀ ਨੂੰ ਰਤਾ ਹੋਰ ਖੰਡ ਲਿਆਉਣ ਲਈ ਕਿਹਾ। ਉਹ ਖੰਡ ਲਿਆਈ ਤਾਂ ਪਾਉਣ ਨੂੰ ਜੀ ਨਹੀਂ ਕੀਤਾ। ਦੋ ਹੀ ਘੁੱਟਾਂ ਭਰ ਕੇ ਕੌਲੀ ਰੱਖ ਦਿੱਤੀ। ਮੇਰੇ ਹੱਥ ਧੁਆ, ਕਾਲ ਨਾਲ ਉੱਠ ਕੇ ਉਹ ਖੂੰਜੇ 'ਚ ਬਣੀ ਫਰਸ਼ ਵੱਲ ਆਈ। ਹੱਥ ਧੋਉਂਦਿਆਂ ਕੇਸਰੀ ਨੱਕ ਸੁੜਕਦੀ ਜਾਪੀ ਤੇ ਜਦੋਂ ਤੌਲੀਆ ਫੜਦਿਆਂ ਹੀਰਾ ਦੇਵੀ ਨੇ ਉਹਦੇ ਵੱਲ ਵੇਖਿਆ ਤਾਂ ਅੱਖਾਂ 'ਚੋਂ ਤ੍ਰਿਪ ਹੰਝੂ ਘਿਰ ਰਹੇ ਸੀ ਤੇ ਚੁੰਨੀ ਨਾਲ ਅੱਖਾਂ ਪੂੰਝ ਰਹੀ ਸੀ। ਭਗਵਾਨ ਦਾ ਨਾਂ ਜਪੋ, ਭਗਵਾਨ ਦਾ ਨਾਂ ਜਪੋ, ਹੀਰਾ ਦੇਵੀ ਨੇ ਰਤਾ ਬਦਲੀ ਆਵਾਜ਼ 'ਚ ਕਿਹਾ ਤੇ ਨੀਵੀਂ ਪਾ ਕੇ ਮੁੜ ਆਸਣ ਉੱਤੇ ਆ ਬੈਠੀ। ਰਾਮ ਕਰਦਿਆਂ ਅਲਮਾਰੀ ਵਿੱਚੋਂ ਤੇ ਗੀਤਾ ਕੱਢੀ ਤੇ ਆਸਣ ਤੇ ਸਜਾ ਲਈ। ਐਨਕ ਲਾ ਕੇ ਕਈ ਵਾਰੀ ਸਾੜੀ ਦੇ ਪੱਲੇ ਨਾਲ ਪੂੰਝੀ ਤੇ ਅੱਖਾਂ ਨੂੰ ਪੋਟਿਆਂ ਨਾਲ ਰਤਾ ਮਸਲ ਕੇ ਫੇਰ ਲਾ ਲਈ। ਮੱਥੇ ਨੂੰ ਛੁਆ ਕੇ ਗੀਤਾ ਖੋਲੀ ਤਾਂ ਪਹਿਲਾ ਸ਼ਲੋਕ ਸੀ, ਜਿਵੇਂ ਇੱਕ ਦੀਵੇ ਦੀ ਲੋ ਹਵਾ ਤੋਂ ਕੀਤੇ ਓਲੇ ਵਾਲੇ ਥਾਂ ਡੋਲਦੀ ਨਹੀਂ, ਇਵੇਂ ਭਗਵਾਨ ਦੀ ਭਗਤੀ 'ਚ ਲੀਨ ਭਗਤ ਦਾ ਮਨ ਸਥਿਰ ਰਹਿੰਦਾ ਹੈ। ਮੁੜ ਸ਼ਲੋਕ ਪੜਿਆ, ਮਨ ਜਿਵੇਂ ਸ਼ਾਂਤ ਹੁੰਦਾ ਗਿਆ। ਅੱਖਾਂ ਨੂੰ ਨਿੱਘ ਅਨੁਭਵ ਹੋਇਆ ਤੇ ਸਾਰਾ ਸੰਸਾਰ ਸਥਿਰ ਅਡੋਲ ਜਾਪਣ ਲੱਗ ਪਿਆ। ਕੇਸਰਾ ਆਪਣੀ ਸੁਰੀਲੀ ਆਵਾਜ਼, ਮਿੱਠੀ ਆਵਾਜ਼ 'ਚ ਕੇਸਰੀ ਨੂੰ ਸੱਦਿਆ। ਉਰੇ ਆਈ ਬੀਬੀ ਜੀ। ਕੇਸਰੀ ਨੇ ਨਾਲ ਦੇ ਨਿੱਕੇ ਚੁਬਾਰੇ ਵਿੱਚੋਂ ਓਨੀ ਮਿੱਠੀ ਆਵਾਜ਼ 'ਚ ਉੱਤਰ ਦਿੱਤਾ
ਤੇ ਜਦੋਂ ਹੀਰਾ ਦੇਵੀ ਉਹਨੂੰ ਕੇਸਰਾਂ ਕਹਿ ਕੇ ਬੁਲਾਉਂਦੀ ਤਾਂ ਅੱਗੋਂ ਉਹਦੇ ਮੂੰਹੋਂ ਨਿਰਾ ਜੀ ਨਹੀਂ ਸੀ ਆਖਿਆ ਜਾਂਦਾ। ਕੇਸਰੀ ਹੰਝੂ ਧੋਤੀਆਂ ਸੂਈਆਂ ਗੱਲਾਂ ਨੂੰ ਪੋਟਿਆਂ ਨਾਲ ਪਲੋਸਦੀ ਅੰਦਰ ਆਈ ਤਾਂ ਉਹਦੇ ਉਦਾਸੇ ਚਿਹਰੇ ਉੱਤੇ ਵੀ ਭਖਾ ਤੇ ਬੇਮਲੂਮੀ ਮੁਸਕਾਨ ਸੀ। ਹੀਰਾ ਦੇਵੀ ਨੇ ਉਹਦੇ ਚਿੱਟੇ ਬੇਦਾਗ ਕੱਪੜੇ ਸਿਰ ਤੋਂ ਪੈਰਾਂ ਤੱਕ ਵੇਖੇ, ਫਿਰ ਲਿਸ਼-ਲਿਸ਼ ਕਰਦੇ ਵਾਲਾਂ ਵੱਲ ਨਿਗਾਹ ਟਿਕਾ ਕੇ ਇੱਕੋ ਛਿਣ ਤੱਕਿਆ। ਅੱਖਾਂ ਝਪਕੀਆਂ ਤੇ ਕੇਸਰੀ ਦੇ ਸਪਾਟ ਮੱਥੇ ਵੱਲ ਵੇਖ ਕੇ ਉਹਦੀਆਂ ਕੌਲ ਕਟੋਰਿਆਂ ਵਰਗੀਆਂ ਸ਼ਾਹ ਅੱਖਾਂ 'ਚ ਅੱਖਾਂ ਪਾ ਕੇ ਗੰਭੀਰ ਆਵਾਜ਼ 'ਚ ਕਿਹਾ, ਆ ਬੈਠ, ਤੈਨੂੰ ਭਗਵਾਨ ਦੇ ਸ਼ੁਭ ਬਚਨ ਸੁਣਾਵਾਂ। ਕੇਸਰੀ ਚੁੱਪਚਾਪ ਆਸਣ ਦੇ ਸਾਹਮਣੇ ਵਿਛੀ ਹੋਈ ਦਰੀ ਤੇ ਬਹਿ ਗਈ। ਹੀਰਾ ਦੇਵੀ ਨੇ ਉਹ 6ਵੇਂ ਅਧਿਆਇ ਦਾ 19ਵਾਂ ਸ਼ਲੋਕ ਫੇਰ ਪੜ੍ਹ ਕੇ ਸੁਣਾਇਆ ਤੇ ਉਹਦੇ ਅਰਥ ਚੰਗੀ ਤਰ੍ਹਾਂ ਸਮਝਾਏ, ਮੁੜ-ਮੁੜ ਕਈ ਵਾਰ ਸਮਝਾਏ। ਕੇਸਰੀ ਨੇ ਵੇਖਿਆ ਉਹਦੀਆਂ ਅੱਖਾਂ ਹੁਣ ਆਤਮਕ ਆਨੰਦ ਤੇ ਸੰਤੋਸ਼ ਨਾਲ ਲਿਸ਼ਕ ਰਹੀਆਂ ਸਨ। ਅਛੋ ਨਿਰਛਲ ਚਿਹਰੇ ਉੱਤੇ ਪਲਾਤੀ ਜੀ ਲਾਲੀ ਵੀ ਸੀ। ਸੁਡੌਲ ਬਾਹਾਂ, ਕੋਮਲ ਅੰਗਾਂ ਵਿੱਚੋਂ ਨੂਰ ਫੁੱਟ ਰਿਹਾ ਸੀ। ਕੇਸਰੀ ਨੂੰ ਬੜਾ ਮੋਹ ਆਇਆ ਜਦੋਂ ਉਹ ਅਗਲੇ ਸ਼ਲੋਕਾਂ ਨੂੰ ਪੜ੍ਹ ਉਹਨਾਂ ਦੇ ਅਰਥ ਸੁਣਾਉਣ ਲੱਗੀ। ਕੇਸਰੀ ਸਾਕਸ਼ਾਤ ਦੇਵੀ ਬਾਰੇ ਸੋਚੀ ਪੈ ਗਈ। ਉਹਨੂੰ ਹੀਰਾ ਦੇਵੀ ਅੱਜ ਹੋਰ ਵੀ ਮਹਾਨ ਲੱਗ ਰਹੀ ਸੀ। ਜਿਹੜੇ ਰੌਂ 'ਚ ਹੁਣ ਉਹ ਸ਼ਲੋਕ ਸੁਣਾ ਰਹੀ ਸੀ, ਜਿਸ ਰੌਂ 'ਚ ਉਹਨੂੰ ਹੋਣਾ ਚਾਹੀਦਾ ਸੀ, ਦੋਵੇਂ ਬੜੀਆਂ ਅਲੋਕਾਰ ਸਥਿਤੀਆਂ ਸੀ। ਅੱਜ ਕੱਲ ਹੀਰਾ ਦੇਵੀ ਦਾ 14 ਵਰ੍ਹਿਆਂ ਦਾ ਭਤੀਜਾ ਅਚਾਨਕ ਬਿਮਾਰ ਹੋ ਕੇ ਪੂਰਾ ਹੋ ਗਿਆ ਸੀ। ਬਾਰੀ ਕੋਈ ਉੱਗੇ ਉਹਦੇ ਡਾਕਟਰ ਭਾਈ ਸਾਹਿਬ ਦੇ ਹੱਥਾਂ ਵਿੱਚੋਂ ਜਿਵੇਂ ਵੇਰ ਕੇ ਤੁਰ ਗਿਆ ਸੀ ਤੇ ਸਹਿਣਿਆਈ ਮੌਤ ਬਾਰੇ ਜਿਸ ਵੀ ਸੁਣਿਆ ਉਹ ਤਰਾਸ ਕਰ ਉੱਠਿਆ। ਪਰ ਹੀਰਾ ਦੇਵੀ ਕੱਲ ਆਥਣੇ ਵੀ ਮੰਦਰ ਆਈ, ਅੱਜ ਵੀ ਨੇਮ ਅਨੁਸਾਰ ਵੇਲੇ ਸਿਰ ਆ ਗਈ। ਧੰਨ ਸੀ ਇਹ ਦੇਵੀ। ਵੇਖ ਕੇਸਰੀ, ਭਗਵਾਨ ਕਿੰਨਾ ਸੱਚ ਕਹਿੰਦੇ ਹੈ। ਭਗਵਾਨ ਤਾਂ ਸਦਾ ਹੀ ਸੱਚ ਕਹਿੰਦੇ ਹੈ। ਇਹ ਮੈਂ ਮੂਰਖ ਨੇ ਕੀ ਆਖਿਆ? ਰਾਮ ਰਾਮ ਪ੍ਰਭੂ ਤੇ ਉਹਨੇ ਰਹੇਲ ਤੇ ਰੇਸ਼ਮੀ ਰੁਮਾਲ ਉੱਤੇ ਪਈ ਗੀਤਾ ਨੂੰ ਸੀਸ ਨਵਾਇਆ। ਅਸੀਂ ਪਾਪੀ ਜੀਵ ਕਿੰਨੇ ਔਗਣ ਹਾਰੇ ਆ। ਭਗਵਾਨ ਕਹਿੰਦੇ ਆ ਕੇਸਰੀ ਕਿ ਕਰਮ ਕਰੋ ਤੇ ਅਰਜੁਨ ਆਤਮਾ ਅਮਰ ਹੈ, ਇਹ ਕਦੇ ਨਹੀਂ ਮਰਦੇ। ਇਹ ਤਾਂ ਕੇਵਲ ਚੋਲਾ ਭਾਵ ਸਰੀਰ ਬਦਲਦੇ ਹੈ। ਸਰੀਰ ਨਾਸ਼ਮਾਨ ਹੈ, ਪਰ ਇਹ ਸਰੀਰ ਨਾਲ ਪਿਆਰ ਕਿਹਾ, ਇਹ ਤਾਂ ਘੜੇ ਵਾਂਗ ਬਿਨਸਨਹਾਰ ਹੋਇਆ ਨਾ। ਕੇਸਰੀ ਨੂੰ ਕੁਝ ਸਮਝ ਨਹੀਂ ਪਈ। ਉਹਨੇ ਇਹ ਗੱਲਾਂ 1000 ਵਾਰ ਸਾਧੂ ਸੰਤਾਂ, ਵਿਦਵਾਨ ਪੰਡਤਾਂ ਤੇ ਕੀਰਤਨ ਆਚਾਰੀਆਂ ਕੋਲੋਂ ਸੁਣੀਆਂ ਸੀ, ਪਰ ਕਦੇ ਮਨ 'ਚ ਇਹਨਾਂ ਦੇ ਅਰਥ ਨਹੀਂ ਸੀ ਸਿੰਜਰ ਸਕੇ। ਉਹ ਬਾਰ-ਬਾਰ ਸੋਚਦੀ ਆਤਮਾ ਕੀ ਹੁੰਦੀ ਹੈ, ਉਹਦਾ ਕੀ ਰੂਪ ਹੁੰਦਾ, ਐਡਾ ਸੋਹਣਾ ਐਡਾ ਪਿਆਰਾ ਮਨੁੱਖੀ ਸਰੀਰ ਛੱਡ ਕੇ ਉਹ ਘਿਨਾਉਣੇ ਪਸ਼ੂ ਚੋਲਿਆਂ 'ਚ ਕਿਉਂ ਪ੍ਰਵੇਸ਼ ਜਾ ਕਰਦੀ ਹੈ। ਖੈਰ ਛੱਡ ਤਾਂ ਭਾਵੇਂ ਜਾਏ, ਇੱਕ ਦਿਨ ਛੱਡਣਾ ਹੀ ਹੈ, ਪਰ ਇਹਦੇ 'ਚ ਰਹਿੰਦਿਆਂ ਵੀ ਇਹ ਇਸ ਤੋਂ ਨਿਰਮੋਹ ਹੋ ਕੇ ਕਿਵੇਂ ਰਹਿ ਸਕਦੀ ਹੈ? ਆਪਣੇ ਘਰ ਦੇ ਮੋਹ ਤੋਂ ਨਿਰਲੇਪ ਬੰਦਾ ਕਿਵੇਂ ਜੀ ਸਕਦਾ? ਸਿਰਫ ਇਹੋ ਨਹੀਂ ਕਿ ਉਹਨੂੰ ਆਤਮਾ ਤੇ ਸਰੀਰ ਦੇ ਸੰਬੰਧਾਂ ਦੀ ਸਮਝ ਨਹੀਂ ਸੀ ਪੈਂਦੀ, ਸਗੋਂ ਜਦੋਂ ਦੀ ਉਹ ਹੀਰਾ ਦੇਵੀ ਦੀ ਸੇਵਕਾ ਬਣੀ ਸੀ, ਸਰੀਰ ਦਾ ਮੋਹ ਵੱਧਦਾ ਜਾਂਦਾ ਸੀ। ਕਈ ਵਾਰ ਉਹਦੀ ਸੱਸ ਆਈ, ਪੇਕਿਆਂ ਤੋਂ ਉਹਦੀਆਂ ਭਰਜਾਈਆਂ ਆਈਆਂ, ਸਭ ਨੇ ਕਿਹਾ ਕੇਸਰੀਏ, ਸਾਡੇ ਕੋਲ ਤੇਰੇ ਜੋਗੀ ਰੋਟੀ ਨਹੀਂ ਜੁੜਦੀ, ਤੂੰ ਚੱਲ ਕੇ ਘਰ ਬਹਿ। ਇਉਂ ਭਲੇ ਘਰ ਦੀਆਂ ਨੂੰਹਾਂ ਪੁਜਾਰੀਆਂ ਵਾਂਗ ਮੰਦਰੀ ਬੈਠੀਆਂ ਸੋਭਦੀਆਂ, ਪਰ ਉਹ ਸਭ ਨੂੰ ਨਿਰਮੋਹੀ ਹੋ ਕੇ ਤੋਰ ਦਿੰਦੀ। ਉਹਨਾਂ ਕੋਲ ਜਾ ਕੇ ਇਸ ਸਰੀਰ ਨੂੰ ਰੋਲਣ ਤੇ ਜੀ ਨਹੀਂ ਸੀ ਕਰਦਾ। ਉਹਨੂੰ ਸਭੋ ਕੁਝ ਦੇ ਕੇ ਜੀਵਨ ਦਾ ਹਰ ਨਿੱਕਾ ਮੋਟਾ ਸੁੱਖ ਭੁਗਤਾ ਕੇ ਤੁਰ ਗਿਆ ਸੀ। 5 ਵਰ੍ਹੇ ਉਹ ਵਸਦੀ ਰਸਦੀ ਸੁਹਾਗਣ ਰਹੀ, ਸੋਨੇ ਵਰਗਾ ਪੁੱਤਰ ਹੋਇਆ, ਇੱਕ ਪਰੀ ਵਰਗੀ ਧੀ ਹੋਈ, ਪਰ ਦੋਵੇਂ ਭਗਵਾਨ ਨੇ ਮੋੜ ਲਏ। ਕੌਣ ਉਹਦੀ ਮਾਇਆ ਦਾ ਭੇਤ ਪਾਏ, ਪਰ ਉਹ ਆਪ ਵੀ ਕਿਉਂ ਤੁਰ ਗਿਆ? ਕੁੱਲ 25 ਵਰ੍ਹਿਆਂ ਦੀ ਉਹਦੀ ਉਮਰ ਤੇ ਉਹਦੇ ਲਈ ਦੁਨੀਆ 'ਚ ਹਨੇਰ ਪਾ ਕੇ ਭਗਵਾਨ ਨੇ ਉਹਨੂੰ ਬੁਲਾ ਲਿਆ। ਕੀ ਕਰਾਉਣਾ ਸੀ ਉੱਥੇ ਉਸ ਤੋਂ? ਉਹਨੇ ਜਿਸ ਘਰ ਸ਼ਗਨਾਂ ਨਾਲ ਡੋਲੀਓਂ ਪੈਰ ਲਾਇਆ ਸੀ, ਜਿਸ ਘਰੇ ਉਹ ਰਾਣੀ ਬਣ ਕੇ 5 ਵਰ੍ਹੇ ਰਾਜ ਕਰਦੀ ਰਹੀ ਸੀ, ਉਹੀ ਘਰ ਸੁੰਨਮਸਾਨ ਬਣ ਗਿਆ ਸੀ। ਬੰਦਾ ਰਹੇ ਕਿੱਥੇ? ਅੰਤ ਸੰਤ ਸਤਸੰਗ ਦਾ ਸਹਾਰਾ ਲਿਆ। ਹੀਰਾ ਦੇਵੀ ਉਹਦੇ ਸਹੁਰੇ ਇੱਕ ਵਾਰ ਦੇਵੀ ਮਾਂ ਦੇ ਮੰਦਰ ਆਈ ਤਾਂ ਇੰਨੀ ਚੰਗੀ ਲੱਗੀ ਕਿ ਉਹਦੇ ਨਾਲ ਸੰਨਿਆਸਣ ਬਣ ਕੇ ਤੁਰਨ ਦਾ ਇਰਾਦਾ ਧਾਰ ਆ ਗਈ। ਮੁੜ ਨਹੀਂ ਜਾ ਸਕੀ। ਮਾਪਿਆਂ ਦੀ ਆਣ ਇੱਜ਼ਤ ਦਾ ਵੀ ਉਹਨੇ ਕੋਈ ਖਿਆਲ ਨਾ ਕੀਤਾ, ਪਰ ਹੁਣ ਵੀ ਕਦੇ ਚੇਤਾ ਆ ਜਾਂਦਾ ਤਾਂ ਮਨ ਉਦਾਸ ਹੋ ਜਾਂਦਾ ਸੀ। ਉਹਦਾ ਦਿਓਰ ਰਾਮ ਲਾਲ ਅਜੇ ਤੱਕ ਕੁਆਰਾ ਸੀ, ਬੜਾ ਸੋਹਣਾ ਜਵਾਨ, ਪਰ ਉਹਨੂੰ ਤਾਂ ਉਸ ਅਲੜ ਮੁੰਡਾ ਦੇਖਿਆ ਸੀ। ਇਹ ਅਨਰਥ ਉਹ ਕਿਵੇਂ ਕਰ ਲੈਂਦੀ ਕਿ ਉਹਦੇ ਕੋਲੋਂ ਚਾਦਰ ਪਵਾ ਲਏ। ਸ਼ਰੀਕਾ, ਕਬੀਲਾ, ਪੇਕੇ ਸਭ ਇਸੇ 'ਚ ਰਾਜ਼ੀ ਸੀ, ਪਰ ਉਹ ਨਹੀਂ ਸੀ ਮੰਨਦੀ। ਤੇ ਹੁਣ ਤਾਂ ਹੀਰਾ ਦੇਵੀ ਨਾਲ ਮਿਲ ਕੇ ਬੜੀ ਦੂਰ ਲੰਘ ਆਈ ਸੀ, ਕਿਵੇਂ ਵੀ ਹੁਣ ਮੁੜਿਆ ਨਹੀਂ ਸੀ ਜਾ ਸਕਦਾ। ਭਾਵੇਂ ਰਾਮ ਲਾਲ ਹੁਣ ਵੀ ਛੋਟੀ ਭੈਣ ਨੂੰ ਨਾਲ ਲੈ ਕੇ ਕੱਪੜਾ ਲੀੜਾ ਦੇਣ ਆ ਜਾਂਦਾ ਸੀ,
ਪਰ ਆਉਂਦਾ ਤੇ ਉਪਰਿਆਂ ਵਾਂਗ ਆ ਕੇ ਮੁੜ ਜਾਂਦਾ। ਉਹਦਾ ਸਬੰਧ ਵੀ ਕੀ ਸੀ ਸੰਨਿਆਸੀਆਂ ਨਾਲ? ਦੁਨਾਵੀ ਗ੍ਰਸਤੀਆਂ ਦਾ ਕੀ ਸਬੰਧ? ਪਰ ਇਹ ਸਭ ਕੁਝ ਹੁੰਦੇ ਹੋਏ ਵੀ ਕਦੇ ਇਹ ਸਮਝ ਨਹੀਂ ਸੀ ਆਈ ਕਿ ਸਰੀਰ ਨਾਲ ਮੋਹ ਕਿਉਂ ਨਹੀਂ ਸੀ ਘਟਦਾ। ਹੁਣ ਵੀ ਉਹਨੇ ਅਲਮਾਰੀ 'ਚ 2 ਫੁੱਟ ਤੋਂ ਵਧੇਰੇ ਲੰਮਾ ਸ਼ੀਸ਼ਾ ਹੀਰਾ ਦੇਵੀ ਤੋਂ ਚੋਰੀਆਂ ਲੁਕਾ ਕੇ ਰੱਖਿਆ ਸੀ। ਰੋਜ਼ ਜਦੋਂ ਨਹਾ ਧੋ ਕੇ ਸ਼ੀਸ਼ੇ ਸਾਹਮਣੇ ਆਪਣੇ ਸੁਡੌਲ ਰਤਾ ਝਵੇਂ ਮੋਢਿਆਂ ਬਾਹਾਂ ਤੇ ਨੈਣ ਨਕਸ਼ਾਂ ਨੂੰ ਵੇਂਦੀ ਸੀ ਤਾਂ ਸੁੰਦਰ ਦੇਹ ਦੇ ਮੋਹ ਨਾਲ ਬੇਬਲ ਹੋ ਉੱਠਦੀ ਸੀ। ਕਰੀਮ ਪਾਊਡਰ ਸੁਰਖੀ 4 ਵਰਿਆਂ ਤੋਂ ਸੁਪਨਾ ਹੋ ਗਏ ਸੀ। ਫਿਰ ਵੀ ਕਿੰਨਾ ਚਿਰ ਚਿਹਰੇ ਨੂੰ ਸੁੱਕੇ ਪੋਟਿਆਂ ਨਾਲ ਇਉਂ ਪਲੋਸਦੀ ਮਾਲਿਸ਼ ਕਰਦੀ ਰਹਿੰਦੀ ਜਿਵੇਂ ਸੱਚਮੁੱਚ ਪਾਊਡਰ ਕਰੀਮ ਲਾ ਰਹੀ ਹੋਵੇ। ਇਉਂ ਕੁਝ ਅਜਿਹਾ ਅਹਿਸਾਸ ਹੁੰਦਾ ਜਿਵੇਂ ਅੱਜ ਵੀ ਸੁਹਾਗਣ ਹੋਵੇ। ਕਿੰਨੇ ਵਰੇ ਮੁੜ ਵਾਲਾਂ ਤੇ ਕੰਘੀ ਫੇਰਦਿਆਂ ਚੀਰਨੀ ਕੱਢਦਿਆਂ ਇਹ ਪ੍ਰਤੱਖ ਵਿਖਾਈ ਦਿੰਦਾ ਸੀ ਕਿ ਉਹਦੀ ਮਾਂਗ ਕਿਸੇ ਨੇ ਸੁਧੂਰ ਨਾਲ ਸੂਹੀ ਕਰ ਦਿੱਤੀ ਹੈ ਤੇ ਮੱਥੇ ਤੇ ਬਿੰਦੀ ਵੀ ਲਾ ਦਿੱਤੀ ਹੈ। ਤੇ ਫਿਰ ਉਹਨੂੰ ਸੱਚਮੁੱਚ ਇੰਜ ਲੱਗਣ ਲੱਗਾ ਜਿਵੇਂ ਸੁਹਾਗਣ ਸੀ, ਮੀਰਾ ਵਰਗੀ ਸੁਹਾਗਣ। ਕ੍ਰਿਸ਼ਨ ਭਗਵਾਨ ਉਹਦੇ ਸਨ, ਕੁਝ ਵੀ ਸਨ ਉਹਦੇ ਸਨ ਤੇ ਉਹ ਸੁਹਾਗਣ ਸੀ। ਅਜਿਹੇ ਵੇਲੇ ਉਹਦਾ ਸਾਰਾ ਮਨ ਸ਼ਹਿਦ ਵਰਗੀ ਕਿਸੇ ਮਿੱਠੇ ਅਨੁਭਵ ਨਾਲ ਭਰ ਜਾਂਦਾ। ਨਸ਼ਿਆਈਆਂ ਅੱਖਾਂ ਨਾਲ ਕਾਲੇ ਕਾਨ ਦੀ ਵੱਡੀ ਤਸਵੀਰ ਸਾਹਮਣੇ ਹੀਰਾ ਦੇਵੀ ਦੀ ਇਸੇ ਕੁਟੀਆ 'ਚ ਆ ਕੇ ਨੱਚਣ ਵੀ ਲੱਗ ਪੈਂਦੀ। ਨੱਚਣਾ ਉਹਨੂੰ ਨਹੀਂ ਸੀ ਆਉਂਦਾ, ਪਰ ਪੈਰਾਂ ਦੀ ਤਾਲ ਫਿਰ ਵੀ ਕਦੀ ਨਹੀਂ ਸੀ ਉਖੜਦੀ। ਉਂਗਲਾਂ, ਗੁੱਟ, ਕੂਹਣੀਆਂ ਆਪੇ ਮੁੜ ਜਾਂਦੀਆਂ। ਕਈ ਵਾਰ ਜਦੋਂ ਉਹਨੂੰ ਹਾਲ ਚੜ ਜਾਂਦਾ ਤਾਂ ਘੁੰਗਰੂ ਬੰਨ੍ਹ ਕੇ ਵੀ ਨੱਚਦੀ। ਪਰ ਉਦੋਂ ਹੀ ਪਤਾ ਨਹੀਂ ਕੀ ਹੋ ਜਾਂਦਾ ਕਿ ਕਿਸੇ ਬਾਹਰਲੇ ਸਹਿਮ ਨਾਲ ਭੈ-ਭੀਤ ਹੋ ਉੱਠਦੀ। ਉਹਨੂੰ ਕੋਈ ਬੰਦਾ ਬਾਹਰੋਂ ਬੂਹਾ ਖੜਕਾਉਂਦਾ ਲੱਗਦਾ, ਖਿੜਕੀਆਂ ਤੇ ਧੱਫੇ ਮਾਰਦਾ ਮਹਿਸੂਸ ਹੁੰਦਾ ਤੇ ਬੂਹੇ ਦੀ ਬੰਦ ਕੁੰਡੀ ਧੱਕੇ ਨਾਲ ਟੁੱਟੂ ਕਰਨ ਲੱਗ ਪੈਂਦੀ। ਰੁਕ ਕੇ ਉੱਚੀ ਉਹਦਾ ਨਾਂ ਲੈ ਕੇ ਹਾਕਾ ਮਾਰ ਰਹੇ ਬੰਦੇ ਦੀ ਆਵਾਜ਼ ਪਛਾਣਦੀ। ਆਵਾਜ਼ ਉਸੇ ਦੀ ਹੁੰਦੀ। ਉਸੇ ਵੇਲੇ ਤ੍ਰਹਿ ਕੇ ਘੁੰਗਰੂ ਲਾ ਕੇ ਅਲਮਾਰੀ 'ਚ ਲੁਕਾ ਦਿੰਦੀ। ਧੜਕਦੇ ਦਿਲ ਨਾਲ ਤ੍ਰਹਿੰਦੀ ਡਰਦੀ ਬੂਹਾ ਖੋਲਦੀ ਤਾਂ ਸੁੰਨੀ ਰਾਤ ਸਾਂ ਕਰ ਰਹੀ ਹੁੰਦੀ। ਇਹ ਘਟਨਾ ਇੱਕ ਵਾਰ ਨਹੀਂ ਅਨੇਕਾਂ ਵਾਰ ਵਾਪਰੀ ਸੀ, ਪਰ ਇਹਦਾ ਰਹੱਸ ਹੁਣ ਤਾਈਂ ਉਸ ਤੋਂ ਬਿਨਾਂ ਕਿਸੇ ਨੂੰ ਪਤਾ ਨਹੀਂ ਸੀ। ਹੀਰਾ ਦੇਵੀ ਨੂੰ ਵੀ ਉਸ ਨਹੀਂ ਸੀ ਦੱਸਿਆ। ਹੇ ਅਰਜੁਨ, ਕਰਮ ਯੋਗ ਹੀ ਜੀਵਨ ਦਾ ਸਾਰ ਹੈ। ਹੀਰਾ ਦੇਵੀ ਹੁਣ ਤੱਕ ਗੀਤਾ ਦੇ ਸ਼ਾਇਦ 2 ਅਧਿਆਇ ਸੁਣਾ ਚੁੱਕੀ ਸੀ, ਪਰ ਕੇਸਰੀ ਨੂੰ ਇਉਂ ਲੱਗਿਆ ਜਿਵੇਂ ਉਹ ਕਿਧਰੇ ਬਾਹਰ ਭੌਂਦੀ ਹੁਣੇ ਅੰਦਰ ਆ ਕੇ ਬੈਠੀ ਹੋਵੇ। ਪਿਛਲਾ ਕੋਈ ਪ੍ਰਸੰਗ ਯਾਦ ਨਹੀਂ ਸੀ ਆ ਰਿਹਾ। ਇਹ ਕਰਮ ਯੋਗ ਦੀ ਵੀ ਸਮਝ ਨਹੀਂ ਸੀ ਆ ਰਹੀ। ਕਰਮ ਯੋਗ ਬਾਰੇ ਭਗਵਾਨ ਨੇ ਕਿਹਾ ਕਿ ਹੇ ਅਰਜੁਨ, ਕਰਤੱਵ ਪਾਲਣਾ ਹੀ ਧਰਮ ਹੈ। ਕਰਤੱਵ ਪਾਲਦਿਆਂ ਮਨੁੱਖ ਮੋਕਸ਼ ਦੀ ਪ੍ਰਾਪਤੀ ਕਰ ਸਕਦਾ ਹੈ। ਪਰ ਕਰਤੱਵ ਕੀ ਹੁੰਦਾ? ਇਹ ਕਿੰਨੀ ਵਾਰ ਸੁਣ ਕੇ ਸਮਝ ਕੇ ਫਿਰ ਵੀ ਉਹਦੇ ਕੁਝ ਪੱਲੇ ਨਹੀਂ ਸੀ ਪੈ ਰਿਹਾ। ਕਰਤੱਵ ਸ਼ਬਦ ਜਦੋਂ ਵੀ ਹੀਰਾ ਦੇਵੀ ਬੋਲਦੀ ਤਾਂ ਕੇਸਰੀ ਨੂੰ ਲੱਗਦਾ ਜਿਵੇਂ ਉਸ ਲਈ ਰੋਟੀ ਪਕਾਉਣਾ, ਕੱਪੜੇ ਧੋਣਾ, ਸਫਾਈ ਕਰਨਾ ਤੇ ਹੋਰ ਅਜਿਹੀ ਸੇਵਾ ਕਰਨਾ ਹੀ ਇਹ ਕਰਤੱਵ ਹੋ ਸਕਦਾ ਹੈ, ਜਾਂ ਫਿਰ ਭਗਵਾਨ ਦਾ ਨਾਮ ਜਪਣਾ। ਤੇ ਇਹ ਸਭ ਕੁਝ ਉਹ ਕਰਦੀ ਸੀ। ਇਹ ਸੋਚ ਕੇ ਉਹਦੇ ਮਨ ਨੂੰ ਤਸੱਲੀ ਜੀ ਹੁੰਦੀ। ਕਦੇ ਲੱਗਦਾ ਕਿ ਉਹਨੇ ਕਰਮ ਯੋਗ ਦੇ ਸਹੀ ਅਰਥ ਸਮਝ ਲਏ ਸਨ। ਹੀਰਾ ਦੇਵੀ ਨੇ ਪਾਠ ਸਮਾਪਤ ਕੀਤਾ ਤੇ ਮੀਰਾ ਦਾ ਇੱਕ ਭਜਨ ਗੁਣਗੁਣਾਉਂਦਿਆਂ ਗੀਤਾ ਮੁੜ ਅਲਮਾਰੀ 'ਚ ਸਾਂਭ ਦਿੱਤੀ। ਕੇਸਰੀ ਭਗਵਾਨ ਦੀ ਤਸਵੀਰ ਨੂੰ ਸਿਰ ਨਿਵਾ ਕੇ ਉੱਠ ਖੜੋਤੀ। ਅੰਗੀਠੀ ਦੁਬਾਰਾ ਮੰਗਾਉਣੀ ਸੀ। ਘਰੋਂ ਸਬਜ਼ੀ ਲੈ ਕੇ ਮੁੰਡੂ ਦੇ ਆਉਣ ਦਾ ਵੇਲਾ ਵੀ ਹੋ ਗਿਆ ਸੀ। ਉੱਠ ਕੇ ਆਪਣੇ ਚੁਬਾਰੇ 'ਚ ਆ ਗਈ ਤੇ ਹੀਰਾ ਦੇਵੀ ਆਸਣ ਤੇ ਆਰਾਮ ਨਾਲ ਲੇਟ ਕੇ ਇੱਕ ਹੋਰ ਧਾਰਮਿਕ ਪੁਸਤਕ ਪੜ੍ਹਨ ਲੱਗ ਪਈ। ਪਰ ਜੇ ਤੁਸੀਂ ਅੱਜ ਘਰ ਨਹੀਂ ਜਾਣਾ? ਦੁਪਹਿਰ ਵੇਲੇ ਜਿਵੇਂ ਕੁਝ ਯਾਦ ਆ ਗਿਆ ਤੇ ਉਹ ਹੀਰਾ ਦੇਵੀ ਤੋਂ ਪੁੱਛਣ ਲਈ ਵਾਪਸ ਮੁੜ ਆਈ। ਘਰ ਆਪਣਾ ਕਿਹੜਾ ਕੇਸਰੀ? ਹੀਰਾ ਦੇਵੀ ਨੇ ਬੜੀ ਗੰਭੀਰ ਆਵਾਜ਼ 'ਚ ਕਿਹਾ, ਪਰ ਹੌਕਾ ਰੋਕਦਿਆਂ ਵੀ ਨਿਕਲ ਗਿਆ ਸੀ। ਉਹ ਕਿੰਨਾ ਕੁਝ ਕਹਿਣਾ ਚਾਹੁੰਦੀ ਸੀ ਪਰ ਕੁਝ ਵੀ ਨਹੀਂ ਕਹਿ ਸਕੀ। ਇਉਂ ਜਾਪਿਆ ਜਿਵੇਂ ਹੀਰਾ ਦੇਵੀ ਨੇ ਸੱਚਾ ਝੂਠ ਬੋਲਿਆ ਹੋਵੇ। ਅਜਿਹਾ ਝੂਠ ਉਹ ਦੋਵੇਂ ਸਦਾ ਹੀ ਬੋਲਦੀਆਂ ਸੀ। ਨਾਲੇ ਇਹ ਤਾਂ ਭਗਵਾਨ ਵਾਂਗ ਜੀਵਨ ਦਾ ਇੱਕ ਆਧਾਰ ਹੀ ਬਣ ਗਿਆ ਸੀ। ਪਰ ਇਹ ਝੂਠ ਆਪੋ ਵਿੱਚ ਹੀ ਬੋਲਦੀਆਂ ਸੀ, ਜਾਂ ਭਗਵਾਨ ਸਾਹਮਣੇ ਬੋਲਦੀਆਂ ਸੀ। ਹੋਰ ਸਭ ਦੇ ਸਾਹਮਣੇ ਝੂਠ ਸੱਚ ਦਾ ਰੂਪ ਧਾਰ ਲੈਂਦਾ ਸੀ ਤੇ ਕਦੇ ਕਿਸੇ ਨੂੰ ਇਹ ਖਿਆਲ ਵੀ ਨਹੀਂ ਸੀ ਆਇਆ ਕਿ ਉਹ ਸੁਪਨੇ ਵਿੱਚ ਵੀ ਝੂਠ ਬੋਲ ਸਕਦੀਆਂ ਹਨ। ਭਗਵਾਨ ਦੇ ਇੰਨਾ ਨੇੜੇ ਹੋ ਕੇ ਵੀ ਕੋਈ ਝੂਠ ਬੋਲ ਸਕਦਾ ਹੈ। ਮੁੰਡੂ ਸਬਜ਼ੀ ਲੈ ਕੇ ਆਇਆ। ਕੇਸਰੀ ਨੂੰ ਸਬਜ਼ੀ ਫੜਾ ਕੇ ਹੀਰਾ ਦੇਵੀ ਦੇ ਚੁਬਾਰੇ ਤੇ ਬੂਹੇ ਅੱਗੇ ਆ ਖੜੋਤਾ। ਉਹਨੂੰ ਸੁੱਤਿਆਂ ਵੇਖ ਕੇ ਕੁਝ ਚਿਰ ਤਾਂ ਨਵੀਂ ਰੋਗਨ ਕੀਤੀ। ਚੁਗਾਠ ਨੂੰ ਆਪਣੇ ਵਧੇ ਹੋਏ ਨਹੁੰਆਂ ਨਾਲ ਖੁਰਚਦਾ ਰਿਹਾ। ਫਿਰ ਹੌਲੀ 2 ਆਵਾਜ਼ਾਂ ਮਾਰੀਆਂ। ਹੀਰਾ ਦੇਵੀ ਨੇ ਅੱਖਾਂ ਖੋਲੀਆਂ। ਬੀਬੀ ਜੀ, ਤੁਹਾਨੂੰ ਘਰੀ ਬੁਲਾਇਆ ਜੀ ਬਾਬੂ ਜੀ ਨੇ। ਤੇ ਇੰਨੀ ਗੱਲ ਕਹਿੰਦੇ ਮੁੰਡੂ ਦੀ ਆਵਾਜ਼ ਘਗਿਆ ਗਈ ਤੇ ਉਹਦੀਆਂ ਅੱਖਾਂ ਵਿੱਚੋਂ ਮੋਟੇ ਹੰਝੂ ਕਿਰਨ ਲੱਗ ਪਏ। ਨਾਲ ਹੀ ਉਹ ਡੁਸਕਣ ਲੱਗ ਪਿਆ। ਚੱਲ ਘਰ ਚੱਲ, ਹੀਰਾ ਦੇਵੀ ਨੇ ਉਹਨੂੰ ਜਿਵੇਂ ਹੁਕਮ ਕੀਤਾ।
ਮੁੰਡੂ ਮੈਲੀ ਕਮੀਜ਼ ਨਾਲ ਅੱਖਾਂ ਪੂੰਝਦਾ ਪਿੱਠ ਪਿੱਛੇ ਖਾਲੀ ਥੈਲਾ ਲਮਕਾਈ ਨਿਰਾਸਿਆ ਜਿਹਾ ਤੁਰ ਗਿਆ। ਉਹਦੀਆਂ ਗੋਰੀਆਂ ਲੱਤਾਂ ਹੇਠ ਮੈਲੇ ਨੰਗੇ ਤੇ ਬੈਈਆਂ ਪਾਟੇ ਪੈਰ ਬੜੀ ਓਪਰੇ ਲੱਗਦੇ ਸੀ। ਪਰ ਇਹ ਦ੍ਰਿਸ਼ ਝੱਲਿਆ ਨਹੀਂ ਗਿਆ। ਮਨ ਸਾਰੇ ਗਿਆਨ ਦੇ ਬੰਧਨ ਤੋੜ ਕੇ ਹੜ੍ਹ ਦੇ ਪਾਣੀ ਵਾਂਗ ਤਰਲ ਹੋ ਕੇ ਅੱਖਾਂ 'ਚੋਂ ਵਹਿ ਤੁਰਿਆ। ਮਨ ਨੂੰ ਗੀਤਾ ਉਪਦੇਸ਼ ਦੇ ਬੰਧਨਾਂ ਨਾਲ ਜਕੜਨ ਦਾ ਬੜਾ ਯਤਨ ਕੀਤਾ, ਪਰ ਇਹ ਸਭ ਕੱਚਿਆਂ ਧਾਗਿਆਂ ਵਾਂਗ ਟੁੱਟ ਗਏ। ਮੂੰਹ ਕੰਧ ਵੱਲ ਕਰ ਲਿਆ ਤੇ ਸ਼ਾਂਤ ਹੋ ਕੇ ਭਰੇ ਮਨ ਨੂੰ ਡੁੱਲਣ ਦਿੱਤਾ। ਗੌਤਮ ਤਕੀਆ ਭਿੱਜ ਗਿਆ, ਹੇਠਾਂ ਚਾਦਰ ਵੀ ਭਿੱਜ ਗਈ, ਪਰ ਅੱਖਾਂ ਫੇਰ ਵੀ ਨਹੀਂ ਥਮੀਆਂ। ਪਰ ਬਿੰਦਕ ਪਿੱਛੋਂ ਉੱਠ ਕੇ ਕ੍ਰੋਧ ਨਾਲ ਅੱਖਾਂ ਸੂਈਆਂ ਕਰੀ ਉਹ ਸਾੜੀ ਦੇ ਪੱਲੇ ਨਾਲ ਐਨਕ ਸਾਫ਼ ਕਰਨ ਲੱਗ ਪਈ। ਕੇਸਰੀ ਨੂੰ ਉੱਚੀ ਆਵਾਜ਼ ਦਿੱਤੀ। ਜਦੋਂ ਆਈ ਤਾਂ ਉਸ ਵੱਲ ਰਤਾ ਰੋਹ ਨਾਲ ਤੱਕਦਿਆਂ ਬੋਲੀ, ਵੇਖ, ਕੱਲ ਤੋਂ ਸਬਜ਼ੀ ਨਹੀਂ ਮੰਗਾਉਣੀ, ਆਪਾਂ ਦਾਲ ਬਣਾਇਆ ਕਰਾਂਗੇ। ਅੱਛਾ ਜੀ, ਕੇਸਰੀ ਨੇ ਸਧਾਰਨ ਹੀ ਕਿਹਾ। ਅਜਿਹਾ ਕਈ ਵਾਰ ਹੋਇਆ ਸੀ, ਇਹ ਕੋਈ ਨਵੀਂ ਗੱਲ ਨਹੀਂ ਸੀ। ਉਹ ਇਸ ਪੱਖੋਂ ਧਿਆਨ ਹਟਾ ਕੇ ਬਿਨਾਂ ਗੌਰ ਨਾਲ ਹੀਰਾ ਦੇਵੀ ਦੀਆਂ ਅੱਖਾਂ ਵੱਲ ਤੱਕਦਿਆਂ ਬੋਲੀ, ਜੀ ਮੁੰਡੂ ਤਾਂ ਵਿਚਾਰਾ ਮਣ ਰੋਂਦਾ ਫਿਰਦਾ, ਕਾਕੇ ਨਾਲ ਖੇਡਦਾ ਜੋ ਹੁੰਦਾ ਸੀ। ਦੋਵੇਂ ਰੋਜ਼ ਲੜਦੇ ਪਰ ਫਿਰ ਉਹੋ ਜਿਹੇ ਹੋ ਜਾਂਦੇ। ਹਾਣ ਨੂੰ ਹਾਣ ਪਿਆਰਾ ਜੋ ਹੋਇਆ। ਇਹ ਵੀ ਚੰਦਰਾ ਉਹਨੂੰ ਬੜਾ ਮੋਹ ਕਰਦਾ ਸੀ। ਤੂੰ ਆਪਣਾ ਕੰਮ ਕਰ, ਭਗਵਾਨ ਦਾ ਨਾਂ ਲੈ, ਰੁੱਖੇਵੇਂ ਨਾਲ ਕਹਿੰਦਿਆਂ ਹੀਰਾ ਦੇਵੀ ਨੇ ਮੁੜ ਪੁਸਤਕ ਚੁੱਕੀ ਤੇ ਪੜ੍ਹਨ ਲੱਗ ਪਈ। ਪਰ ਅੱਖਰਾਂ ਵੱਲ ਤੱਕਦਿਆਂ ਵੀ ਵਾਪਸ ਮੁੜਦੀ ਕੇਸਰੀ ਦੀਆਂ ਅੱਖਾਂ ਦੀ ਸਿੱਲ ਦਿਸਦੀ ਰਹੀ। ਕੁਝ ਚਿਰ ਪਿੱਛੋਂ ਅਚਾਨਕ ਉੱਠ ਖੜੋਤੀ ਤੇ ਖੜਾਵਾਂ ਪਾ ਕੇ ਬਾਹਰ ਨੂੰ ਤੁਰਦਿਆਂ ਕੇਸਰੀ ਫੇਰ ਆਵਾਜ਼ ਮਾਰੀ। ਉਹ ਸ਼ਾਇਦ ਰੋਟੀ ਦੀ ਆਰ ਲੱਗੀ ਹੋਈ ਸੀ, ਉਹਨੂੰ ਸੁਣਿਆ ਨਹੀਂ। ਹੀਰਾ ਦੇਵੀ ਉਹਦੇ ਚੁਬਾਰੇ ਅੱਗੇ ਲੰਘਦਿਆਂ ਬੋਲੀ, ਮੈਂ ਚੱਲੀ ਆਂ, ਰੋਟੀ ਮੇਰੀ ਨਾ ਪਕਾਈ। ਕੇਸਰੀ ਹੈਰਾਨ ਜੀ ਉਹਦੇ ਵੱਲ ਵੇਂਦੀ ਰਹੀ ਤੇ ਉਹ ਭਜਨ ਗੁਣਗੁਣਾਉਂਦਿਆਂ ਪੌੜੀਆਂ ਉਤਰ ਗਈ। ਹੀਰਾ ਦੇਵੀ ਜਿਹੜੀ ਗਲੀ ਤੋਂ ਆਈ ਸੀ ਹੁਣ ਉਧਰੋਂ ਦੀ ਨਹੀਂ ਗਈ। ਦੂਜੀ ਗਲੀ ਤੋਂ ਵਿੰਗ ਬੜਾ ਪੈਂਦਾ ਸੀ। ਏਡੇ ਲੰਮੇ ਰਾਹ ਉਹ ਕਦੇ ਨਹੀਂ ਸੀ ਗਈ, ਪਰ ਅੱਜ ਕਾਲੀ ਚਾਲ ਨਾਲ ਤੁਰੀ ਗਈ। ਰਾਜ ਕਿੰਨੀਆਂ ਹੀ ਤੀਵੀਆਂ ਨੇ ਨਮਸਕਾਰ ਬੁਲਾਈ। ਉਸ ਕਾਲ ਨਾਲ ਹੱਥ ਜੋੜਦਿਆਂ ਜਵਾਬ ਦਿੱਤਾ ਤੇ ਬੇਧਿਆਨੀ ਹੋ ਕੇ ਤੁਰੀ ਗਈ। ਘਰ ਕੋਲ ਆਈ ਤਾਂ ਪਹਿਲਾਂ ਮਦਨ ਮੋਹਨ ਭਰਾ ਜੀ ਦਾ ਖਿਆਲ ਆਇਆ। ਉਹ ਵੀ ਆਏ ਹੋਏ ਸੀ। ਉਹਨਾਂ ਨੂੰ ਮਿਲਣ ਨੂੰ ਜੀ ਬੜਾ ਕਰਦਾ ਸੀ, ਪਰ ਸੰਸਾਰ ਵਿਕਾਰ ਤੋਂ ਦੂਰ ਵਸਦਿਆਂ ਸਭ ਨਾਲ ਮੋਹ ਘਟ ਚੁੱਕਿਆ ਸੀ। ਜਿਸ ਭਰਾ ਨੇ ਉਹਨੂੰ ਹੀਰੀ ਹੀਰੀ ਕਹਿ ਕੇ ਨਾਲ ਖਿਡਾਇਆ ਸੀ, ਚੌੜ ਕੀਤੀ ਸੀ, ਰੁਸਾਇਆ ਸੀ, ਮਨਾਇਆ ਸੀ, ਹੁਣ ਉਸੇ ਨੂੰ ਮਿਲਣ ਤੇ ਜੀ ਨਹੀਂ ਸੀ ਕਰਦਾ, ਤੇ ਉਹ ਵੀ ਅਜਿਹੇ ਵੇਲੇ। ਹੀਰਾ ਦੇਵੀ ਨੂੰ ਆਪਣੇ ਇਸ ਵਰਤਾਰੇ ਤੇ ਆਪ ਹੀ ਹੈਰਾਨੀ ਹੋਈ। ਇੰਜ ਬੰਦਾ ਇੱਕੋ ਘਰ 'ਚ ਰਹਿ ਕੇ ਏਡੀ ਦੂਰ ਕਿਵੇਂ ਖੜੋ ਸਕਦਾ ਹੈ? ਪਰ ਉਹ ਖੜੋਤੀ ਹੋਈ ਸੀ, ਭਗਵਾਨ ਆਸਰੇ ਖੜੋਤੀ ਰਹਿ ਗਈ ਸੀ। ਵਿਹੜੇ ਵਿੱਚ ਵੱਡੀ ਭਰਜਾਈ ਹਾਲੋਂ ਬੇਹਾਲ ਹੋਈ ਸੀ। ਹੋਰ ਕਿੰਨੀਆਂ ਜਨਾਨੀਆਂ ਉਹਦੇ ਨਾਲ ਵੈਣ ਪਾ ਰਹੀਆਂ ਸਨ। ਕੁਝ ਬਾਹਰੋਂ ਵੀ ਆਈਆਂ ਜਾਪਦੀਆਂ ਸਨ, ਆਂਢ ਗੁਆਂਢ ਦੀਆਂ ਵੀ ਸੀ। ਬੰਦੇ ਸ਼ਾਇਦ ਕੋਠੇ ਉੱਤੇ ਧੁੱਪੇ ਜਾ ਬੈਠੇ ਸੀ। ਅੰਦਰ ਵੜਦਿਆਂ ਸਾਰ ਉਹਨੇ ਬਿੰਦ ਦਾ ਬਿੰਦ ਸੋਚਿਆ। ਕਿੰਨੇ ਖਿਆਲ ਉਹਦੇ ਮਨ 'ਚ ਇੱਕੋ ਵਾਰ ਫੇਰ ਉਲਝ ਗਏ। ਕਦੇ ਗੀਤਾ ਦੇ ਸ਼ਲੋਕਾਂ ਦੇ ਅਰਥਾਂ ਦੇ ਧੁੰਦਲੇ ਪਰਛਾਵੇਂ ਸਾਹਮਣੇ ਦਿਸੇ, ਕਦੇ ਭਤੀਜੇ ਦਾ ਗੋਰਾ ਚਿਹਰਾ। ਸਭ ਕੁਝ ਬਣ ਕੇ ਸਾਕਾਰ ਹੋਇਆ। ਇਹ ਸਭ ਇੱਕ ਪਲ ਵਿੱਚ ਹੀ ਵਾਪਰ ਗਿਆ। ਇਉਂ ਲੱਗਿਆ ਜਿਵੇਂ ਉਹਨੂੰ ਕਿਸੇ ਨੇ ਬਾਹੋਂ ਫੜ ਕੇ ਅੰਦਰ ਲੈ ਆਂਦਾ ਹੋਵੇ। ਆਪਣੇ ਕਮਰੇ ਅੰਦਰ ਆ ਗਈ, ਸਿੱਧੀ ਆਸਣ ਵੱਲ ਗਈ ਤੇ ਮੂਰਤੀਆਂ ਤੋਂ ਪਰਦਾ ਹਟਾ ਕੇ ਆਸਣ ਤੇ ਬੈਠ ਗਈ। ਪਰ ਮੂਰਤੀਆਂ ਦੇ ਆਕਾਰ ਸਾਫ਼ ਦਿਖਾਈ ਨਹੀਂ ਸਨ ਦੇ ਰਹੇ। ਅੰਦਰ ਬੜਾ ਹਨੇਰਾ ਸੀ। ਸਭ ਰੋਸ਼ਨਦਾਨ ਤੇ ਖਿੜਕੀਆਂ ਬੰਦ ਸਨ। ਪਲਕੋ ਪਿੱਛੋਂ ਉੱਠ ਕੇ ਬਿਜਲੀ ਜਗਾਈ ਤੇ ਮੁੜ ਆਸਣ ਉੱਤੇ ਬਹਿੰਦਿਆਂ ਭਜਨ ਗਾਉਣ ਲੱਗ ਪਈ। ਮਨ ਦੀਵੇ ਦੀ ਲੋ ਵਾਂਗ ਕੰਬ ਰਿਹਾ ਸੀ। ਭਗਵਾਨ ਦੀ ਭਗਤੀ ਦੀ ਓਟ ਤਾਂ ਦਾ ਓਲਾ ਨਹੀਂ ਸੀ ਰਿਹਾ ਜਾਪਦਾ। ਬਾਹਰੋਂ ਵੈਣਾਂ ਦੀ, ਰੋਣ ਦੀ, ਧਾਹਾਂ ਦੀ ਆਵਾਜ਼ ਹੋਰ ਉੱਚੀ ਹੋ ਗਈ ਸੀ। ਸ਼ਾਇਦ ਹੋਰ ਤੀਵੀਆਂ ਆ ਗਈਆਂ ਸੀ। ਬੂ ਬੂ ਦੀ ਚੀਕਵੀਂ ਤੇ ਹਿਰਦੇ ਵੇਦਕ ਆਵਾਜ਼ ਨਾਲ ਮਨ ਕਾਲਾ ਪੈ ਰਿਹਾ ਸੀ। ਭਜਨ ਹੋਰ ਉੱਚੀ ਗਾਉਣਾ ਸ਼ੁਰੂ ਕੀਤਾ, ਪਰ ਮਨ ਫਿਰ ਵੀ ਟਿਕਾਣੇ ਨਹੀਂ ਸੀ ਆ ਰਿਹਾ। ਜਦੋਂ ਮਨ ਉੱਕਾ ਸਥਿਰ ਹੋ ਉੱਠਿਆ ਤਾਂ ਉਹ ਮੂਰਤੀਆਂ ਵੱਲ ਸਿਰ ਕਰਕੇ ਆਸਣ ਉੱਤੇ ਲੇਟ ਗਈ। ਲੱਤਾਂ ਇਕੱਠੀਆਂ ਕਰ ਲਈਆਂ ਤੇ ਬਾਂਹ ਦਾ ਸਰਾਣਾ ਲਾ ਕੇ ਇਕੱਠੀ ਜੀ ਹੋ ਗਈ। ਪਰ ਪੈਰਾਂ ਵੱਲੋਂ ਠੰਡ ਚੜਨ ਲੱਗ ਪਈ। ਉਸੇ ਵੇਲੇ ਉੱਠ ਕੇ ਅਲਮਾਰੀ ਵਿੱਚੋਂ ਰਜਾਈ ਕੱਢੀ ਤੇ ਮੂੰਹ ਸਿਰ ਵਲੇਟ ਕੇ ਮੁੜ ਲੇਟ ਗਈ। ਹੁਣ ਵਿਹੜੇ 'ਚੋਂ ਆਉਂਦੀ ਵੈਣਾਂ ਦੀ ਆਵਾਜ਼ ਕੁਝ ਮੱਧਮ ਹੋ ਗਈ ਸੀ। ਸੁਰਤੀ ਕਿਸੇ ਪਾਸੇ ਨਹੀਂ ਸੀ ਜੁੜ ਰਹੀ। ਕੱਟੀ ਹੋਈ ਪਤੰਗ ਵਾਂਗ ਹਵਾ ਦੇ ਆਸਰੇ ਖਲਾਅ ਵਿੱਚ ਤਰਦੀ ਆਪ ਮੁਹਾਰੀ ਡਿੱਕੋ ਡੋਲੇ ਖਾਂਦੀ ਰਸਾਤਲ ਵੱਲ ਜਾ ਰਹੀ ਸੀ। ਜਦੋਂ ਭਗਵਾਨ ਦੇ ਚਰਨਾਂ ਦਾ ਧਿਆਨ ਆਉਂਦਾ ਤਾਂ ਗੀਤਾ ਦੇ ਸ਼ਲੋਕਾਂ ਦਾ ਆਸਰਾ ਲੈਂਦੀ, ਪਰ ਦੂਜੇ ਪਲ ਆਪਣੇ ਭਰਾ ਦੇ ਘਰ ਵਾਪਰੇ ਏਡੇ ਅਨਰਥ ਦਾ ਖਿਆਲ ਆਉਂਦਾ ਤਾਂ ਪ੍ਰਭੂ ਦੀ ਇਸ ਨਿਆਰੀ ਲੀਲਾ ਨਾਲ ਸਾਰੀ ਆਤਮਾ ਕੰਬ ਉੱਠਦੀ। ਇਹ ਲੀਲਾ ਭਗਵਾਨ ਕਿਉਂ ਰਚਾਉਂਦਾ ਹੈ? ਜੇ ਭਗਵਾਨ ਨੇ ਮਨੁੱਖ ਨੂੰ ਇਸ ਤਰ੍ਹਾਂ ਦੁੱਖ ਦੇਣੇ ਹੈ ਤਾਂ ਫਿਰ ਉਹਨੂੰ ਆਪਣਾ ਭਗਤ ਹੀ ਕਿਉਂ ਬਣਾਉਂਦਾ ਹੈ? ਕਰਦਾ ਤਾਂ ਸਭ ਕੁਝ ਆਪ ਹੀ ਹੋਇਆ ਨਾ। ਤੇ ਅਜਿਹੇ ਅਨੇਕਾਂ ਪ੍ਰਸ਼ਨ ਵਿਦਵਾਨ ਸੰਤਾਂ ਦੇ ਉਪਦੇਸ਼, ਪੁਰਾਣਿਕ ਕਥਾਵਾਂ ਤੇ
ਅਵਤਾਰਾਂ ਦੇ ਕੌਤਕ ਸਭ ਇੱਕ ਇੱਕ ਕਰਕੇ ਘੂਰੇ ਗਲੋਟੇ ਦੇ ਧਾਗਿਆਂ ਵਾਂਗ ਉਲਝਦੇ ਗਏ। ਆਤਮਾ ਹੋਰ ਅਸਥਿਰ ਹੋ ਕੇ ਥਾਲੀ ਦੇ ਪਾਣੀ ਵਾਂਗ ਡੋਲਣ ਲੱਗ ਪਈ। ਕੁਝ ਚਿਰ ਪਿੱਛੋਂ ਅਚਾਨਕ ਓਮ ਦਾ ਜਾਪ ਕਰਦਿਆਂ ਉੱਠ ਕੇ ਬਹਿ ਗਈ। ਰਜਾਈ ਪਰਾਂ ਵਗਾ ਮਾਰੀ ਤੇ ਅਲਮਾਰੀ ਵਿੱਚੋਂ ਖੜਤਾਲਾਂ ਕੱਢ ਕੇ ਵਜਾਉਂਦੀ ਮੀਰਾ ਬਾਈ ਦੀ ਇੱਕੋ ਇੱਕ ਤੁਕ ਦੁਹਰਾਉਣ ਲੱਗ ਪਈ। ਮੈਂ ਤੋਂ ਗਿਰਧਰ ਆਗੇ ਨਾਚੂੰਗੀ, ਮੈਂ ਤੋਂ ਨਾਚੂੰਗੀ ਨਾਚੂੰਗੀ। ਇੱਕ ਵਾਰ ਤਾਂ ਜਾਪਿਆ ਖੜਤਾਲਾਂ ਤੇ ਉਸ ਤੁਕ ਦੀ ਤਾਲ 'ਚ ਸਭ ਕੁਝ ਅਲੋਪ ਹੋ ਗਿਆ। ਫੇਰ ਜਾਪਿਆ ਖੜਤਾਲਾਂ ਦੀ ਤਾਲ ਮੱਧਮ ਪੈ ਗਈ ਸੀ। ਵੈਣਾਂ ਦੀ ਉੱਚੀ ਹੋਣ ਲੱਗ ਪਈ। ਉਹਦੀ ਆਪਣੀ ਆਵਾਜ਼ ਵੀ ਥਿੜਕਣ ਲੱਗ ਪਈ ਸੀ, ਬਿਲਕੁਲ ਇਉਂ ਜਿਵੇਂ ਤਾਨਪੁਰੇ ਦੀ ਕੋਈ ਬੇਸੁਰੀ ਤੇ ਢਿੱਲੀ ਤਾਰ ਕੰਬ ਰਹੀ ਹੋਵੇ। ਇਹਦੇ ਨਾਲ ਹੀ ਉਹਦਾ ਸਾਰਾ ਸਰੀਰ ਵੀ ਬੇਚੈਨੀ ਨਾਲ ਅਕੇਵਾਂ ਮਹਿਸੂਸ ਕਰਨ ਲੱਗ ਪਿਆ। ਸਾਰੇ ਅੰਗ ਤੇ ਹੱਥ ਮੋਰਚਿਆਂ ਕੋਲੇ ਪੀੜ ਕਰਨ ਲੱਗ ਪਏ। ਕੁਝ ਪਲ ਮਗਰੋਂ ਖੜਤਾਲਾਂ ਰੱਖ ਦਿੱਤੀਆਂ। ਅੱਖਾਂ ਆਪ ਮੁਹਾਰੇ ਵਹਿਣ ਲੱਗ ਪਈਆਂ, ਹੋਠ ਕੰਬਣ ਲੱਗ ਪਏ। ਗਿਰਧਰ ਆਗੇ ਨਾਚੂੰਗੀ ਦੀ ਤੁਕ ਗਵਾਚ ਗਈ ਤੇ ਉਹਦੀ ਥਾਂ ਹੇ ਭਗਵਾਨ ਦੀ ਹੌਕਿਆਂ ਵਰਗੀ ਆਵਾਜ਼ ਨਿਕਲਣ ਲੱਗ ਪਈ। ਹੱਥ ਜੁੜ ਕੇ ਪਹਿਲਾਂ ਮੱਥੇ ਨੂੰ ਲਾਏ, ਫਿਰ ਸਣੇ ਹੱਥੀਂ ਸਿਰ ਝੁਕਿਆ ਤੇ ਮੱਥਾ ਮੂਰਤੀਆਂ ਸਾਹਮਣੇ ਪਈ ਚੰਦਨ ਰਗੜਨ ਵਾਲੀ ਸਿਲ ਉੱਤੇ ਜਾ ਟਿਕਿਆ। ਸਿਲ ਦਾ ਠੰਡਾ ਸੀਤ ਕਿਨਾਰਾ ਸੂਈ ਵਾਂਗ ਮੱਥੇ 'ਚ ਖੁੱਭਿਆ ਤੇ ਮਨ ਅੰਦਰ ਸਹਿਜ ਚੀਸ ਉੱਠੀ। ਮੁੜ ਆਸਣ ਤੇ ਆ ਗਈ। ਅਲਮਾਰੀ ਵਿੱਚੋਂ ਵੱਡੀ ਪੁਸਤਕ ਕੱਢੀ ਤੇ ਕੰਧ ਨਾਲ ਸਿਰਹਾਣਾ ਲਾ ਕੇ ਗੋਡਿਆਂ ਤੱਕ ਰਜਾਈ ਖਿੱਚਦਿਆਂ ਪੜ੍ਹਨ ਲੱਗ ਪਈ। ਉਸੇ ਵੇਲੇ ਮੁੰਡੂ ਨੇ ਆ ਕੇ ਜ਼ੋਰ-ਜ਼ੋਰ ਦੀ ਬੂਹਾ ਖੜਕਾਉਣਾ ਸ਼ੁਰੂ ਕਰਤਾ, ਪਰ ਉੱਠ ਕੇ ਬੂਹਾ ਨਹੀਂ ਖੋਲਿਆ। ਉਹ ਵੀ ਖੜਕਾਉਣੋਂ ਨਹੀਂ ਹਟਿਆ, ਮਨ ਖਿੱਚਣ ਲੱਗ ਪਿਆ। ਕੀ ਗੱਲ ਹੈ? ਰਤਾ ਕਿਵੇਂ ਨਾਲ ਉੱਚੀ ਪੁੱਛਿਆ, ਪਰ ਮੁੰਡੂ ਅੱਗੋਂ ਬੂਹਾ ਉਵੇਂ ਖੜਕਾਉਂਦਿਆਂ ਆਵਾਜ਼ਾਂ ਮਾਰੀ ਗਿਆ। ਉਹਨੇ ਉੱਠ ਕੇ ਬੂਹਾ ਖੋਲਿਆ ਤਾਂ ਮੁੰਡੂ ਰੋਟੀ ਵਾਲਾ ਥਾਲ ਲਈ ਖੜੋਤਾ ਸੀ। ਥਾਲ ਚੁੱਪ ਕੀਤਿਆਂ ਫੜ ਲਿਆ ਤੇ ਆਸਣ ਕੋਲ ਪਈ ਤਪਾਈ ਉੱਤੇ ਲਿਆ ਕੇ ਰੱਖ ਦਿੱਤਾ, ਪਰ ਭੌਂ ਕੇ ਵੇਖਿਆ ਬੂਹੇ ਦੇ ਵਿਰਲ ਵਿੱਚੋਂ ਬੜੀਆਂ ਉਦਾਸ ਤੇ ਅਜੀਬ ਆਵਾਜ਼ਾਂ, ਦੱਬਿਆ ਰੋਣ ਤੇ ਹਟਕੋਰੇ ਸੁਣਾਈ ਦੇ ਰਹੇ ਸੀ। ਬੂਹਾ ਬੰਦ ਕਰਨ ਲਈ ਗਈ ਤਾਂ ਮੁੰਡੂ ਪਾਣੀ ਦਾ ਕਰਮੰਡਲ ਲੈ ਕੇ ਆ ਗਿਆ। ਤੁਹਾਨੂੰ ਬਾਬੂ ਜੀ ਪੁੱਛਦੇ ਥੇ ਜੀ, ਮੁੰਡੂ ਨੇ ਕਰਮੰਡਲ ਫੜਾਉਂਦਿਆਂ ਕਿਹਾ, ਪਰ ਉਸ ਬਿਨਾਂ ਕੁਝ ਉੱਤਰ ਦਿੱਤਿਆਂ ਬੂਹਾ ਬੰਦ ਕਰ ਲਿਆ। ਕਰਮੰਡਲ ਲਿਆ ਕੇ ਤਪਾਈ ਕੋਲ ਧਰ ਦਿੱਤਾ। ਮੁੜ ਆਸਣ ਤੇ ਬਹਿ ਗਈ ਤੇ ਫਿਰ ਰਜਾਈ ਉੱਤੇ ਲੈ ਕੇ ਲੇਟ ਗਈ। ਸਾਰਾ ਦਿਨ ਹੀ ਇੰਜ ਡਾਵਾਂਡੋਲ ਹਾਲਤ ਵਿੱਚ ਬੀਤ ਗਿਆ। ਆਥਣੇ ਮੰਦਰ ਪੰਡਿਤ ਕ੍ਰਿਸ਼ਨ ਕੁਮਾਰ ਜੀ ਨੇ ਰਾਮਾਇਣ ਦੀ ਕਥਾ ਕਰਨ ਆਉਣਾ ਸੀ। 5 ਵੱਜਣ ਵਾਲੇ ਸੀ। ਮੁੰਡੂ ਕਈ ਵਾਰ ਭਾਂਡੇ ਲੈਣ, ਚਾਹ ਦੇਣ ਆਇਆ ਸੀ, ਪਰ ਉਸ ਬੂਹਾ ਨਹੀਂ ਸੀ ਖੋਲਿਆ ਤੇ ਗਰਮ ਪਾਣੀ ਵੀ ਨਹੀਂ ਸੀ ਮੰਗਾਇਆ। ਉੱਠ ਕੇ ਕਰਮੰਡਲ ਵਾਲੇ ਠੰਡੇ ਪਾਣੀ ਨਾਲ ਹੀ ਮੂੰਹ ਹੱਥ ਧੋਤਾ, ਕੰਘੀ ਕੀਤੀ, ਸਾੜੀ ਵੱਟੋ ਵੱਟ ਹੋ ਗਈ ਸੀ, ਦੂਜੀ ਬਦਲ ਲਈ। ਖੜਾਵਾਂ ਪਾ ਕੇ ਕਾਹਲ ਨਾਲ ਬਾਹਰ ਆ ਗਈ। ਕ੍ਰਿਸ਼ਨ ਦਾ ਜਾਪ ਕਰਦਿਆਂ ਬੂਹੇ ਨੂੰ ਜੰਦਰਾ ਮਾਰਿਆ ਤੇ ਵਿਹੜੇ ਕੋਲ ਸਰਸਰੀ ਨਿਗਾਹ ਮਾਰ ਕੇ ਮੰਦਰ ਵੱਲ ਤੁਰ ਪਈ। ਪਹਿਲਾਂ ਸੱਜੇ ਹੱਥ ਮੁੜੀ, ਪਰ ਸਵੇਰ ਵਾਲਾ ਸਾਰਾ ਦ੍ਰਿਸ਼ ਚੇਤੇ ਕਰਕੇ ਖੱਬੇ ਹੱਥ ਭੌਂ ਪਈ। ਰਾਹ 'ਚ ਉੱਚੀ ਨਿਗਾਹ ਕਰਕੇ ਆਸੇ-ਪਾਸੇ ਨਹੀਂ ਵੇਖਿਆ। ਪੰਡਤ ਜੀ ਆ ਗਏ ਸਨ। 3-4 ਬੁੱਢੀਆਂ ਠੇਰੀਆਂ ਵੀ ਕਥਾ ਸੁਣਨ ਲਈ ਆ ਬੈਠੀਆਂ ਸੀ। ਪੰਡਤ ਜੀ ਓਮ ਕਰਦਿਆਂ ਰਾਮਾਇਣ ਨੂੰ ਚੌਕੀ ਤੇ ਸਜਾ ਰਹੇ ਸੀ। ਧੋਬੀ ਦੇ ਧੋਤੇ, ਸਫੈਦ ਕੁੜਤੇ, ਗਾਂਧੀ ਟੋਪੀ ਤੇ ਨਹਿਰੂ ਜਾਕਟ ਵਿੱਚ ਉਹਨਾਂ ਦੇ ਚਿਹਰੇ ਤੋਂ ਰੂਪ ਫੁੱਟ ਪੈ ਰਿਹਾ ਸੀ। ਉਹ ਬੜੇ ਸੋਹਣੇ ਜਵਾਨ ਤੇ ਵਿਦਵਾਨ ਸਨ। ਚੌੜਾ ਮੱਥਾ, ਤਿੱਖੇ ਨਕਸ਼, ਸੁਰੀਲੀ ਮਿੱਠੀ ਆਵਾਜ਼। ਜਦੋਂ ਕਥਾ ਕਰਦੇ ਸਭ ਦਾ ਮਨ ਮੋਹ ਲੈਂਦੇ। ਪਹਿਲਾਂ ਚੁਪਈ ਨੂੰ ਗਾ ਕੇ ਪੜ੍ਹਦੇ, ਫਿਰ ਉਹਦੇ ਅਰਥ, ਭਾਵ ਅਰਥ ਤੇ ਵਿਸਤਾਰ ਸਮਝਾਉਂਦੇ। ਵਿੱਚ ਮਹਾਭਾਰਤ ਦੀਆਂ ਤੇ ਹੋਰ ਅਨੇਕ ਕਹਾਣੀਆਂ ਜੋੜ ਸੁਣਾਉਂਦੇ ਰਹਿੰਦੇ। ਕਥਾ ਇੱਕੋ ਘੰਟਾ ਕਰਨੀ ਹੁੰਦੀ, ਪਰ ਸਰੋਤੇ ਮੰਤਰ ਮੁਗਧ ਹੋ ਕੇ ਬੈਠੇ ਰਹਿੰਦੇ ਤੇ ਉਹ 2-2.5 ਘੰਟੇ ਤੱਕ ਵੀ ਕਥਾ ਕਰਦੇ ਰਹਿੰਦੇ। ਕਥਾ ਆਰੰਭ ਹੋਈ ਤਾਂ ਹੀਰਾ ਦੇਵੀ ਵੀ ਉਹਨਾਂ ਦੇ ਬਰਾਬਰ ਵਿਛਾਈ ਆਸਣ ਉੱਤੇ ਜਾ ਬੈਠੀ। ਮਨ ਹੁਣ ਸ਼ਾਂਤ ਸੀ। ਅੱਖਾਂ ਮੀਟ ਕੇ ਅੰਤਰ ਧਿਆਨ ਹੋਣ ਦਾ ਯਤਨ ਕਰਦਿਆਂ ਪੰਡਤ ਜੀ ਦੇ ਮੂੰਹੋਂ ਤੁਲਸੀ ਦੇ ਕੁਝ ਦੋਹੇ ਸੁਣੇ ਤਾਂ ਮਨ ਟਿਕਾਣੇ ਆ ਗਿਆ। ਫਿਰ ਦੋਹਾਂ ਨੇ ਰਲ ਕੇ ਭਜਨ ਗਾਇਆ, ਪਰ 5-7 ਤੀਵੀਆਂ ਨੇ ਜੋ ਹੁਣੇ ਆਈਆਂ ਸੀ ਆਪਣੇ ਬੇਸੁਰੇ ਰਾਗ ਨਾਲ ਸਾਰਾ ਰਸ ਕੁਸੈਲਾ ਕਰ ਦਿੱਤਾ। ਮਨ ਫਿਰ ਕੁਝ ਅਸ਼ਾਂਤ ਹੋ ਗਿਆ। ਕਥਾ ਆਰੰਭ ਹੋਈ ਤਾਂ ਪ੍ਰਸੰਗ ਬੜਾ ਵਿਰਾਗਮਈ ਆਇਆ। ਰਾਮਚੰਦਰ ਜੀ ਬਨਵਾਸ ਜਾਣ ਦੀ ਤਿਆਰੀ ਕਰ ਰਹੇ ਸਨ। ਮਾਤਾ ਸੀਤਾ ਉਹਨਾਂ ਦੇ ਨਾਲ ਜਾਣ ਲਈ ਜ਼ਿੱਦ ਕਰਦਿਆਂ ਝਗੜ ਰਹੀ ਸੀ। ਅੱਖਾਂ ਮੀਟ ਲਈਆਂ, ਮਨ ਨੂੰ ਕਾਬੂ ਕਰਨ ਦਾ ਹਰ ਸੰਭਵ ਯਤਨ ਕੀਤਾ। ਫਿਰ ਕਿੰਨੇ ਚਿਰ ਪਿੱਛੋਂ ਜਦੋਂ ਅੱਖਾਂ ਖੋਲ ਕੇ ਵੇਖਿਆ ਤਾਂ ਕੰਧਾਂ ਉੱਤੇ ਲੱਗੀਆਂ ਰੰਗ ਬਿਰੰਗੀਆਂ ਬੱਤੀਆਂ ਲਿਸ਼ ਕਰ ਰਹੀਆਂ ਸਨ। ਕੋਈ 20-30 ਤੀਵੀਆਂ ਇਕਾਗਰ ਮਨ ਹੋਈਆਂ ਕਥਾ ਸੁਣ ਰਹੀਆਂ ਸਨ।
ਪੰਡਤ ਜੀ ਮਹਾਭਾਰਤ ਵਿੱਚ ਦ੍ਰੋਪਦੀ ਦਾ ਕੋਈ ਪ੍ਰਸੰਗ ਸੁਣਾ ਰਹੇ ਸਨ। ਫਿਰ ਉਹਨੂੰ ਜਾਪਿਆ ਹੁਣ ਤੱਕ ਹੋਈ ਸਾਰੀ ਕਥਾ 'ਚੋਂ 2 ਅੱਖਰ ਵੀ ਉਹਦੇ ਪੱਲੇ ਨਹੀਂ ਸੀ ਪਏ। ਇਸ ਨਾਲ ਮਨ ਹੋਰ ਅਸ਼ਾਂਤ ਹੋ ਉੱਠਿਆ। ਓਮ ਓਮ ਉੱਚੀ ਬੋਲਦਿਆਂ ਐਨਕ ਲਾ ਕੇ ਰੁਮਾਨ ਨਾਲ ਅੱਖਾਂ ਸਾਫ਼ ਕੀਤੀਆਂ, ਫਿਰ ਐਨਕ ਸਾਫ਼ ਕੀਤੀ, ਮੁੜ ਲਾ ਕੇ ਅੱਖਾਂ ਮੀਟਦਿਆਂ ਚਿਹਰੇ ਉੱਤੇ ਗੰਭੀਰਤਾ ਲੈ ਆਂਦੀ। ਹਰ ਤਰ੍ਹਾਂ ਦਾ ਰੌਂ ਬਦਲ ਸਕਣ ਦਾ ਜਿਵੇਂ ਅਭਿਆਸ ਹੋ ਰਿਹਾ ਸੀ, ਪਰ ਉਸੇ ਪਲ ਹੀ ਇਹ ਸਭ ਦੰਭ ਜਾਪਿਆ, ਪਾਪ ਲੱਗਿਆ। ਲੋਕਾਂ ਸਾਹਮਣੇ ਇਹ ਦੰਭ ਹੋ ਸਕਦਾ ਹੈ, ਭਗਵਾਨ ਸਾਹਮਣੇ ਕੋਈ ਕਿਵੇਂ ਪੁਗਾ ਸਕਦਾ ਹੈ? ਕੋਈ ਪੁਗਾ ਕਿਵੇਂ ਸਕਦਾ ਹੈ? ਹਾਂ, ਕਿਵੇਂ ਪੁਗਾ ਸਕਦਾ ਹੈ? ਮਨ ਜਿਵੇਂ ਇਹ ਸੋਚ ਕੇ ਮੁੜ ਮੁੜ ਫਿਟਕਾਰ ਪਾ ਰਿਹਾ ਸੀ। ਚਿਹਰਾ ਤਪੇ ਹੋਏ ਤਾਂਬੇ ਵਾਂਗ ਭਖਣ ਲੱਗ ਪਿਆ। ਉਸੇ ਵੇਲੇ ਉੱਠ ਕੇ ਭਗਵਾਨ ਦੀ ਮੂਰਤੀ ਸਾਹਮਣੇ ਸਿਰ ਨਵਾਇਆ ਤੇ ਬੜੇ ਨਰੋਏ ਪੈਰੀਂ ਬਾਹਰ ਨੂੰ ਤੁਰ ਪਈ। ਪਹਿਲਾਂ ਪੰਡਤ ਜੀ ਨੇ ਹੈਰਾਨੀ ਨਾਲ ਤੱਕਿਆ, ਫਿਰ ਸਾਰੀਆਂ ਤੀਵੀਆਂ ਨੇ। ਅੰਤ ਵਿੱਚ ਬੂਹੇ ਦੇ ਕੋਲ ਹੀ ਬੈਠੀ ਕੇਸਰੀ ਨੇ ਉੱਠ ਕੇ ਉਹਦੇ ਵੱਲ ਰਲਦਿਆਂ ਘਾਬਰੀ ਆਵਾਜ਼ 'ਚ ਪੁੱਛਿਆ, ਕੀ ਗੱਲ ਬੀਬੀ ਜੀ, ਤੁਹਾਡੀ ਤਬੀਅਤ ਠੀਕ ਨਹੀਂ? ਪਰ ਉਹ ਬਿਨਾਂ ਕੋਈ ਉੱਤਰ ਦਿੱਤਿਆਂ ਖੜਾਵਾਂ ਖੜਕਾਉਂਦੀ ਚੁਬਾਰੇ ਦੀਆਂ ਪੌੜੀਆਂ ਜਾ ਚੜੀ। ਅੰਦਰ ਜਾਣ ਸਾਰ ਆਸਣ ਉੱਤੇ ਲੇਟ ਗਈ। ਸਿਰ ਬਹੁਤ ਚਕਰਾ ਰਿਹਾ ਸੀ, ਅੱਖਾਂ ਸੂਈਆਂ ਹੋ ਗਈਆਂ ਸੀ। ਕੀ ਗੱਲ ਬੀਬੀ ਜੀ? ਕੇਸਰੀ ਨੇ ਮਗਰ ਹੀ ਆਉਂਦਿਆਂ ਫਿਰ ਪੁੱਛਿਆ। ਹੀਰਾ ਦੇਵੀ ਕੁਝ ਚਿਰ ਚੁੱਪ ਕਰਕੇ ਪਈ ਰਹੀ। ਫਿਰ ਕੇਸਰੀ ਨੂੰ ਉਹਨੇ ਸਿਆਣਤ ਨਾਲ ਕੋਲ ਸੱਦ ਲਿਆ। ਫਿਰ ਨੇੜੇ ਹੋ ਕੇ ਉਹਦੇ ਪੈਰਾਂ ਵੱਲ ਬੈਠਦਿਆਂ ਗੋਡੇ ਘੁੱਟਣ ਲੱਗ ਪਈ। ਫਿਰ ਪਿੰਜੜੀਆਂ ਤੇ ਪੈਰ ਮੰਡਦਿਆਂ ਘੱਗੀ ਆਵਾਜ਼ 'ਚ ਬੋਲੀ, ਮੈਨੂੰ ਪਤਾ ਹੈ ਬੀਬੀ ਜੀ, ਬੰਦਾ ਭਾਵੇਂ ਕਿੰਨਾ ਧਰਮਾਤਮਾ ਹੋਵੇ, ਆਖਰ ਮਨ ਤਾਂ ਫਿਰ ਵੀ ਦੁਖੀ ਹੁੰਦਾ ਨਾ। ਬੰਦਾ ਕੀ, ਜੇ ਵੱਲ ਨਾਲੋਂ ਚੂਆਂ ਤੋੜੀਏ ਉਸ ਵਿੱਚੋਂ ਵੀ ਪਾਣੀ ਸਿਮਦਾ ਬੀਬੀ ਜੀ। ਪਹਿਲਾਂ ਤਾਂ ਕੇਸਰੀ ਉੱਤੇ ਕ੍ਰੋਧ ਆਇਆ ਕਿ ਉਹਨੇ ਮੁੜ ਉਹ ਗੱਲ ਕਿਉਂ ਛੇੜ ਲਈ, ਪਰ ਫਿਰ ਮਨ ਫਰੋਲ ਕੇ ਵੇਖਿਆ, ਸੱਚ ਹੀ ਕਹਿ ਰਹੀ ਸੀ। ਘੱਟ ਘੱਟ 'ਚ ਵਸਦੇ ਭਗਵਾਨ ਤੋਂ ਨਿਰਕਾਪੜ ਆਤਮਾ ਕੋਈ ਕਿਵੇਂ ਲੁਕਾ ਸਕਦਾ ਹੈ, ਤੇ ਭਗਵਾਨ ਦੇ ਬੰਦਿਆਂ ਤੋਂ ਵੀ ਨਹੀਂ ਸੀ ਲੁਕਾ ਸਕਦਾ। ਆਤਮਾ ਤਾਂ ਫੂਸ ਵਿੱਚ ਲੁਕਾਈ ਅੱਗ ਵਰਗੀ ਹੋਈ। ਇਹਦੀ ਲਾਟ ਕਦੋਂ ਤੱਕ ਕੋਈ ਕਾਬੂ ਰੱਖੇ? ਸੱਚ ਝੂਠ ਦਾ ਭੇਸ ਤਾਂ ਧਾਰ ਸਕਦਾ, ਪਰ ਝੂਠ ਬਣ ਤਾਂ ਨਹੀਂ ਨਾ ਸਕਦਾ। ਭੇਸ ਬਦਲ ਗਏ ਤਾਂ ਇਸ ਬਹੁ ਰੂਪੀਏ ਨੂੰ ਲੋਕ ਉਸੇ ਵੇਲੇ ਪਛਾਣ ਲੈਂਦੇ ਆ। ਲੋਕਾਂ ਨੂੰ ਭਗਵਾਨ ਨੇ ਬੜੀ ਤੇਜ਼ ਨਿਗਾਹ ਬਖਸ਼ੀ ਹੈ। ਤੇ ਉਹਨੇ ਕੇਸਰੀ ਦੇ ਸਾਹਮਣੇ ਨਿਡਰ ਹੋ ਕੇ ਆਤਮਾ ਦਾ ਸਾਰਾ ਸੱਚ ਡੋਲ ਦਿੱਤਾ। ਨਾਲ ਕੇਸਰੀ ਵੀ ਭੁੱਬਾਂ ਮਾਰ-ਮਾਰ ਰੋਂਦੀ ਰਹੀ, ਨਿਆਣਿਆਂ ਵਾਂਗ ਉਹਨੂੰ ਵਰਚਾਉਂਦੀ ਵੀ ਰਹੀ। ਕੁਝ ਚਿਰ ਪਿੱਛੋਂ ਇਉਂ ਜਾਪਿਆ ਜਿਵੇਂ ਸਾਰਾ ਰੇਤ ਮਿੱਟੀ ਇਸ ਖਾਰੇ ਪਾਣੀ ਦੇ ਹੜ 'ਚ ਵਹਿ ਗਿਆ ਸੀ। ਹੇਠੋਂ ਸਵੱਛ ਆਤਮਾ ਪ੍ਰਗਟ ਹੋ ਗਈ ਸੀ, ਲਿਸ਼ ਲਿਸ਼ ਕਰਦੀ ਚਾਂਦੀ ਦੀ ਕਟੋਰੀ ਵਰਗੀ, ਸੱਚੀ ਸੁੱਚੀ। ਦੇਖੋ ਬੀਬੀ ਜੀ, ਭਗਵਾਨ ਰਾਮ ਨਾਲੋਂ ਤਾਂ ਕੋਈ ਵੱਡਾ ਨਹੀਂ ਨਾ। ਤੇ ਉਹ ਵੀ ਜਦੋਂ ਮਾਤਾ ਸੀਤਾ ਨੂੰ ਰਾਵਣ ਲੈ ਗਿਆ ਤਾਂ ਰੋਏ। ਫਿਰ ਜਦੋਂ ਲਛਮਣ ਮੂਰਛਤ ਹੋਇਆ ਤਾਂ ਕਿੰਨਾ ਵਰਲਾਪ ਕੀਤਾ। ਵੇਖਿਆ ਨਾ, ਆਪਣੇ ਹਰ ਵਰੇ ਰਾਮਲੀਲਾ ਹੁੰਦੀ ਹੈ। ਉਹ ਕਿਵੇਂ ਪੈਰ ਪੈਰ ਵਰਲਾਪ ਕਰਦੇ ਰਹਿੰਦੇ ਆ। ਤੇ ਲਛਮਣ ਨੂੰ ਸਾਹਮਣੇ ਲਿਟਾ ਕੇ ਕੇਸਰੀ ਨੂੰ ਆਪਣੀ ਸਿੱਖਿਆ ਦੇਣ ਦਾ ਜਿਵੇਂ ਅੱਜ ਹੀ ਮੌਕਾ ਮਿਲਿਆ ਸੀ। ਚੰਗਾ, ਹੁਣ ਤੂੰ ਉੱਠ ਕੇ ਘੁੱਟ ਚਾਹ ਕਰ ਲਿਆ। ਹੀਰਾ ਦੇਵੀ ਕੁਛ ਹਕੇਵੇਂ ਨਾਲ ਬੋਲੀ, ਪਰ ਨਾਲ ਦੀ ਨਾਲ ਮਨ ਨੇ ਫਿਟਕਾਰ ਪਾਈ, ਤੂੰ ਅਜੇ ਵੀ ਝੂਠ ਨਹੀਂ ਛੱਡਿਆ, ਪਰ ਇਹ ਛੱਡਣਾ ਪਏਗਾ। ਇਹੋ ਤਾਂ ਵੇਦਾਂ ਗ੍ਰੰਥਾਂ ਦੀ ਸਿੱਖਿਆ ਦਾ ਸ਼ਾਇਦ ਨਿਚੋੜ ਹੈ, ਸੱਚ ਦੀ ਖੋਜ। ਤੇ ਉਹਨੂੰ ਜਾਪਿਆ ਉਹ ਸੱਚ ਪਾ ਲਿਆ ਸੀ। ਸਿਰਫ ਸੱਚ ਦਾ ਝੂਠਾ ਝੂਠਾ ਵੇਸ ਹੀ ਬਦਲਦਾ ਰਹਿੰਦਾ ਹੈ। ਕੇਸਰੀ ਚਾਹ ਬਣਾ ਕੇ ਲਿਆਈ ਤਾਂ ਪੰਡਤ ਜੀ ਕਥਾ ਸਮਾਪਤ ਕਰਕੇ ਆਰਤੀ ਕਰ ਰਹੇ ਸੀ। ਚਾਹ ਛੱਡ ਕੇ ਆਰਤੀ ਕਰਨੀ ਚਾਹੀ, ਪਰ ਇਉਂ ਜਾਪਿਆ ਕਿ ਇਹ ਝੂਠ ਹੈ, ਇਸ ਲਈ ਚੁੱਪਚਾਪ ਚਾਹ ਪੀਂਦੀ ਰਹੀ। ਕੁਝ ਚਿਰ ਪਿੱਛੋਂ ਪੰਡਤ ਜੀ ਉੱਚੀ ਉੱਚੀ ਓਮ ਓਮ ਕਰਦਿਆਂ ਪੌੜੀਆਂ ਚੜ੍ਹ ਆਏ। ਉਹਨਾਂ ਪਹਿਲਾਂ ਕੇਸਰੀ ਨੂੰ ਆਵਾਜ਼ ਮਾਰ ਕੇ ਦੇਵੀ ਜੀ ਬਾਰੇ ਪੁੱਛਿਆ ਤੇ ਫਿਰ ਅਗਲੇ ਚੁਬਾਰੇ 'ਚ ਲੰਘ ਆਏ। ਵਹਿੰਦਿਆਂ ਹੀ ਪਹਿਲਾਂ ਖਿਆਲ ਆਇਆ ਕਿ ਉਹਨਾਂ ਲਈ ਆਸਨ ਛੱਡ ਦਿੱਤਾ ਜਾਏ, ਪਰ ਫਿਰ ਜਿਵੇਂ ਸੱਚ ਝੂਠ ਦਾ ਨਿਰਣਾ ਕਰਕੇ ਬੈਠੀ ਰਹੀ। ਪੰਡਤ ਜੀ ਆਪੇ ਹੀ ਸਾਹਮਣੇ ਕੇਸਰੀ ਵਾਲੀ ਦਰੀ ਤੇ ਬਹਿ ਗਏ। ਚਾਹ ਪੀਓਗੇ? ਸਰਸਰੀ ਪੰਡਤ ਜੀ ਨੂੰ ਪੁੱਛਿਆ। ਨਹੀਂ ਜੀ ਬਸ, ਪੰਡਤ ਜੀ ਨੇ ਆਪਣੇ ਨਰੋਏ ਚਿੱਟੇ ਦੰਦ ਲਿਸ਼ਕਾਉਂਦਿਆਂ ਦੋਵੇਂ ਹੱਥ ਜੋੜ ਕੇ ਕਿਹਾ। ਨਿਰਾ ਝੂਠ, ਉਸ ਮਨ 'ਚ ਸੋਚਿਆ ਤੇ ਅੰਦਰਲੀ ਮੁਸਕਾਨ ਦੀ ਭਾ ਹੇਠਾਂ ਤੱਕ ਵੀ ਆ ਗਈ। ਪੰਡਤ ਜੀ ਨੂੰ ਸਮਝ ਨਹੀਂ ਪਈ। ਮੈਂ ਤਾਂ ਕੱਲ ਦਾ ਜਦੋਂ ਇਹ ਸੁਣਿਆ ਤੇ ਅੰਤ ਦੁੱਖ ਹੋਇਆ, ਐਸੀ ਭਗਵਾਨ ਕਿਸੇ ਨਾਲ ਨਾ ਕਰੇ। ਅੱਜ ਮੈਂ ਗਿਆ ਤਾਂ ਡਾਕਟਰ ਸਾਹਿਬ ਤਾਹਾਂ ਮਾਰ ਮਾਰ ਰੋਏ। ਬਹੁਤ ਸਮਝਾਇਆ ਕਿ ਭਗਵਾਨ ਦੀ ਦਾਤ ਸੀ, ਉਹ ਲੈ ਗਏ, ਆਪਣਾ ਕੀ ਹੈ। ਪਰ ਤੁਸੀਂ ਜਾਣਦੇ ਹੋ ਇਹ ਵੀ ਭਗਵਾਨ ਦੀ ਦਾਤ ਹੈ। ਆਦਮੀ ਤੋਂ ਅਜਿਹੇ ਵੇਲੇ ਮਨ ਬਸ ਮੇਂ ਨਹੀਂ ਰਹਿੰਦਾ। ਧਰਮਾਤਮਾ ਆਪ ਜੈਸੀ ਕੋਈ ਪਹੁੰਚੀ ਹੋਈ ਆਤਮਾ ਹੀ ਐਸੀ ਸਥਿਰਤਾ ਰੱਖ ਸਕਦੀ ਹੈ ਜੀ। ਪੰਡਤ ਸੱਚ ਝੂਠ ਨੂੰ ਰਲਾ ਰਿਹਾ ਸੀ। ਫਿਰ ਵੀ ਝੂਠ ਕਿੰਨਾ ਬਲਵਾਨ ਸੀ। ਅੰਤਲੀ ਗੱਲ ਸੁਣ ਕੇ ਮਨ ਨੂੰ ਬੜੀ ਤਸੱਲੀ ਹੋਈ। ਜੋ ਨਿਰਾ ਝੂਠ ਵੀ ਸੀ ਪਰ ਮਿੱਠਾ ਲੱਗਦਾ ਸੀ, ਇਹ ਸੱਚ ਸੀ। ਇਹਨੂੰ ਜਾਣ ਲੈਣਾ ਹੀ ਸ਼ਾਇਦ ਸੱਚ ਹੋਵੇ, ਪਰ ਨਾ ਜਾਣ ਲੈਣਾ ਹੀ ਕਾਫੀ ਨਹੀਂ। ਇਹਨੂੰ ਪ੍ਰਵਾਨ ਕਰਨਾ ਹੀ ਸੱਚ ਹੈ। ਇਹੋ ਵਿਦਵਾਨਾਂ ਨੇ ਗੀਤਾ ਦਾ ਤੱਤ ਦੱਸਿਆ।
ਪੰਡਤ ਜੀ ਗੱਲਾਂ ਕਰਦੇ ਕੁਝ ਦਿਲਾਸੇ ਜੇ ਦਿੰਦੇ ਉੱਠ ਖੜੋਤੇ ਤੇ ਤੁਰ ਚੱਲੇ। ਪਰ ਕੇਸਰੀ ਉਹਨਾਂ ਲਈ ਹੋਰ ਬਹੁਤੇ ਦੁੱਧ ਵਾਲੀ ਚਾਹ ਬਣਾ ਕੇ ਲਿਆਈ ਸੀ। ਇਹ ਤੁਸੀਂ ਖੇਚਲ ਕਿਉਂ ਕੀਤੀ? ਉਹਨਾਂ ਕੇਸਰੀ ਵੱਲ ਪਹਿਲਾਂ ਸਰਸਰੀ ਤੇ ਫਿਰ ਗੌਰ ਨਾਲ ਤੱਕਦਿਆਂ ਕਿਹਾ ਤੇ ਮੁੜ ਦਰੀ ਤੇ ਬਹਿ ਗਏ। ਤੁਸੀਂ ਪੰਡਤ ਜੀ ਕਥਾ ਬੜੀ ਮਿੱਠੀ ਤੇ ਸੁੰਦਰ ਵਿਸਥਾਰ ਸਹਿਤ ਕਰਦੇ ਹੋ, ਕੇਸਰੀ ਨੇ ਬੱਤੀ ਜਗਾਉਂਦਿਆਂ ਕਿਹਾ। ਪੰਡਤ ਜੀ ਮੁਸਕਰਾਏ ਤੇ ਤਿੱਖੇ ਚਾਨਣ ਨਾਲ ਉਹਨਾਂ ਦਾ ਭਰਵਾਂ ਗੋਰਾ ਚਿਹਰਾ ਲਿਸ਼ਕਿਆ। ਕੇਸਰੀ ਨੇ ਜਿਵੇਂ ਲਲਚਾਈਆਂ ਅੱਖਾਂ ਨਾਲ ਉਸ ਵੱਲ ਵੇਖਿਆ ਤੇ ਉਹਦਾ ਅੰਦਰਲਾ ਸੱਚ ਅੱਖਾਂ 'ਚੋਂ ਫੁੱਟ-ਫੁੱਟ ਨੰਗਾ ਹੋਣ ਲੱਗ ਪਿਆ। ਇਹ ਪਾਪ ਹੈ, ਹੀਰਾ ਦੇਵੀ ਨੇ ਉਹਨਾਂ ਦੋਹਾਂ ਵੱਲ ਝਾਕਦਿਆਂ ਰਤਾ ਰੋਸ ਨਾਲ ਸੋਚਿਆ। ਪਰ ਇਹ ਸੱਚ ਹੈ। ਆਪੇ ਹੀ ਮੋੜ ਕੀਤਾ ਤੇ ਇਸ ਪਿੱਛੋਂ ਪਾਪ, ਸੱਚ ਤੇ ਝੂਠ ਦਾ ਰੂਪ ਆਪੋ ਵਿੱਚ ਇੰਜ ਰਲ ਮਿਲ ਗਏ ਕਿ ਕਿਸੇ ਦੀ ਕੋਈ ਪਛਾਣ ਹੀ ਨਹੀਂ ਰਹੀ। ਸਭ ਬਹੁਰੂਪੀਏ ਜਾਪਣ ਲੱਗੇ। ਮਨ ਫਿਰ ਉਦਾਸ ਤੇ ਦੁਖੀ ਜਿਹਾ ਹੋ ਗਿਆ। ਇਸ ਅਪਰੰਪਾਰ ਲੀਲਾ ਦੀ ਪੂਰੀ ਸਮਝ ਨਹੀਂ ਸੀ ਪੈ ਰਹੀ। ਹੋਰ ਕੁਝ ਚਿਰ ਪਿੱਛੋਂ ਜਦੋਂ ਪੰਡਤ ਜੀ ਚਲੇ ਗਏ ਤੇ ਕੇਸਰੀ ਰੋਟੀ ਦੀ ਆਰ ਲੱਗ ਗਈ ਤਾਂ ਹੀਰਾ ਦੇਵੀ ਵੀ ਉੱਠ ਕੇ ਘਰ ਨੂੰ ਤੁਰ ਪਈ। ਕੇਸਰੀ ਨੇ ਨਾਲ ਚੱਲਣ ਲਈ ਪੁੱਛਿਆ ਪਰ ਉਹਨੇ ਨਾਂਹ ਕਰ ਦਿੱਤੀ। ਇਕੱਲੀ ਜਿਸ ਗਲੀ ਸਵੇਰੇ ਆਈ ਸੀ ਉਸੇ ਗਲੀ ਵਾਪਸ ਮੁੜ ਪਈ। ਉਹ ਘਿਨਾਉਣੇ ਜਿਹੇ ਦ੍ਰਿਸ਼ਾਂ ਦਾ ਪ੍ਰਭਾਵ ਹੁਣ ਹੋਰ ਤਰ੍ਹਾਂ ਦਾ ਪੈ ਰਿਹਾ ਸੀ। ਸਾਰੇ ਘਰ ਲਗਭਗ ਮੈਲੇ ਕੱਪੜਿਆਂ, ਟੁੱਟੇ ਮੰਜਿਆਂ, ਰੋਂਦੇ ਲੜਦੇ ਨਿਆਣਿਆਂ ਤੇ ਗਿੱਲੀਆਂ ਲੱਕੜਾਂ ਦੇ ਧੂਏ ਨਾਲ ਭਰੇ ਹੋਏ ਸਨ। ਕਿਸੇ ਅੰਦਰ ਵੀ ਪੂਰਾ ਚਾਨਣ ਨਹੀਂ ਸੀ, ਜਿਵੇਂ ਸਾਰੇ ਘਰਾਂ ਦੀਆਂ ਅੱਖਾਂ 'ਚ ਚਿੱਟਾ ਮੋਤੀਆ ਉਤਰ ਆਇਆ ਹੋਵੇ। ਉਹਨੂੰ ਇਹ ਖਿਆਲ ਬਹੁਤ ਓਪਰਾ ਲੱਗਿਆ। ਘਰਾਂ ਨੂੰ ਚਿੱਟਾ ਮੋਤੀਆ ਉਤਰ ਆਇਆ ਹੋਵੇ। ਘਰ ਕੋਈ ਬੰਦੇ ਸੀ? ਪਰ ਫਿਰ ਜਾਪਿਆ ਇਹ ਸੱਚ ਸੀ, ਘਰ ਬੰਦੇ ਹੀ ਸੀ। ਇਹ ਵੀ ਬੰਦਿਆਂ ਵਾਂਗ ਹੀ ਹੱਸਦੇ ਰੋਂਦੇ ਤੇ ਉਦਾਸ ਵੀ ਹੋ ਜਾਂਦੇ। ਤੇ ਜਦੋਂ ਆਪਣੇ ਭਰਾ ਜੀ ਦੇ ਘਰ ਦਾ ਬੂਹਾ ਲੰਘ ਕੇ ਅੰਦਰ ਆਈ ਤਾਂ ਉਹ ਨਵਾਂ ਨਕੋਰ ਘਰ ਵੀ ਸਾਰੇ ਟੱਬਰ ਵਾਂਗ ਉਦਾਸ ਦਿਸ ਰਿਹਾ ਸੀ। ਉਹਦੇ ਬੂਹੇ ਤੋਂ ਬਾਹਰ ਜਗਦੀ ਬੱਤੀ ਰੋ ਰੋ ਕੇ ਸੁੱਜੀ ਅੱਖ ਵਾਂਗ ਲਾਲ ਸੂਈ ਹੋਈ ਦਿਸਦੀ ਸੀ। ਦਲੀਜਾਂ ਸਿੱਲੀਆਂ ਸਨ। ਉਹ ਆਪਣੇ ਕਮਰੇ 'ਚ ਨਹੀਂ ਗਈ, ਸਿੱਧੀ ਵਿਹੜੇ 'ਚੋਂ ਲੰਘ ਕੇ ਸਾਹਮਣੇ ਵਾਲੇ ਵੱਡੇ ਕਮਰੇ ਅੰਦਰ ਚਲੀ ਗਈ। ਭਰਾ ਜੀ ਉਹਨੂੰ ਅੰਦਰ ਆਉਂਦਿਆਂ ਵੇਖ ਕੇ ਹੁਬਕੀ ਰੋਣ ਲੱਗ ਪਏ। ਉਸ ਵੀ ਅੱਲੋਕਾਰ ਗੱਲ ਇਹ ਕੀਤੀ ਕਿ ਧਾ ਕੇ ਉਹਨਾਂ ਨੂੰ ਜੱਫੀ ਜਾ ਪਾਈ ਤੇ ਦੋਵੇਂ ਭੈਣ ਭਰਾ ਇੰਜ ਰੋਏ ਕਿ ਘਰ ਦੀਆਂ ਕੰਧਾਂ ਵੀ ਉਹਨਾਂ ਰਵਾ ਦਿੱਤੀਆਂ। ਕੋਲ ਭਰਾ ਜੀ ਦਾ ਵੱਡਾ ਸਾਲਾ ਬੈਠਾ ਬਿਟ ਤੱਕਦਾ ਰਹਿ ਗਿਆ। ਕਿੰਨਾ ਚਿਰ ਉਹਨੂੰ ਕੁਝ ਜਿਵੇਂ ਸੁੱਝਿਆ ਹੀ ਨਹੀਂ। ਫਿਰ ਉਹ ਘੱਗੀ ਆਵਾਜ਼ ਨਾਲ ਉਹਨਾਂ ਦੋਹਾਂ ਨੂੰ ਮੋਢਿਓਂ ਫੜ ਕੇ ਵਰਾਇਆ। ਬਸ ਕਰੋ ਜੀ, ਜੋ ਉਹਦੀ ਰਜ਼ਾ ਸੀ ਉਹ ਹੋ ਗਈ, ਕਿਸੇ ਦੇ ਕੀ ਵਸ। ਧੰਨਵਾਦ।